भी ये करोने का जिहड़ा ठगी है ना स्कैम वो 1.7 ट्रिलियन डॉलर दी है। 1.7 ट्रिलियन डॉलर बन गया 1700 बिलियन डॉलर तो 100 बिलियन डॉलर होंदा 8 लाख करोड़। 8 लाख करोड़ नूं 17 नाल गुणा कर लो तो हिंदुस्तान का अद्धा बजट बन जाता है। हिसाब लाओ तुसीं, ठीक है। एडा वड्डा स्कैंडल एक बीमारी ते उन्होंने पैदा कर लिया, होर इन्होंने की चाहिए इन्हों तो करोना रोज़ आवे। ਕਰੋਨਾ ਜਿਸ ਦਾ ਨਾਮ ਲੈ ਤੋਂ ਹੀ ਪਿਛਲੇ ਸਮੇਂ ਦੇ ਦੌਰਾਨ ਕਈ ਕਮ ਦਿਲੇ ਕਹਿ ਲਈਏ ਕਮਜ਼ੋਰ ਦਿਲ ਵਾਲੇ ਉਹਨਾਂ ਦੀ ਮੌਤ ਵੀ ਹੋ ਗਈ ਤੇ ਰੱਬ ਨੂੰ ਪਿਆਰੇ ਹੋ ਗਏ। ਅਸਲ 'ਚ ਕਰੋਨਾ ਹੈ ਕੀ ਹੈ ਇਸ ਬਾਬਤ ਗੱਲ ਕਰਾਂਗੇ। ਔਲਖ ਸਾਹਿਬ ਸਵਾਗਤ ਹੈ ਜੀ। ਬਾਪੂ ਬਲਕੌਰ ਸਿੰਘ ਸਵਾਗਤ ਹੈ। ਧੰਨਵਾਦ ਜੀ ਜਾਂਦੇ ਰਹੋ। ਔਲਖ ਸਰ, ਕਰੋਨੇ ਦੀ ਗੱਲ ਕੀਤੀ ਜਾਵੇ, ਜਿਵੇਂ ਪਿਛਲੇ ਸਮੇਂ ਦੌਰਾਨ ਜੋ ਕੁਝ ਆਪਣੇ ਦੇਸ਼ ਦੇ ਵਿੱਚ ਹੋਇਆ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਅੱਜ ਦੇ ਸੰਦਰਭ ਦੇ ਵਿੱਚ? ਦੇਖੋ, ਕਰੋਨਾ ਦੇ ਮਾਮਲੇ 'ਚ ਜੋ ਕੁਝ ਵੀ ਹੋਇਆ, ਕਰੋਨਾ ਇੱਕ ਬਿਮਾਰੀ ਤੇ ਹੈ, ਉਹਦੇ ਉੱਤੇ ਅਸੀਂ ਬਾਅਦ 'ਚ ਡਿਸਕਸ ਕਰਾਂਗੇ। ਪਰ ਕਰੋਨਾ ਤੇ ਜੋ ਕੁਝ ਹੋਇਆ ਉਹ ਇੱਕ ਸਕੈਂਡਲ ਸੀ ਔਰ ਉਹ ਐਡਾ ਵੱਡਾ ਸਕੈਂਡਲ ਸੀ, ਉਹਦਾ ਮੈਗਨੀਚਿਊਡ ਤੁਹਾਨੂੰ ਬਲਕੌਰ ਸਿੰਘ ਗਿੱਲ ਸਾਹਿਬ ਦੱਸ ਸਕਦੇ ਨੇ। ਮੈਨੂੰ ਲੱਗਦਾ ਕਿ ਇਹ ਵਧੀਆ ਜਵਾਬ ਦੇਣਗੇ। ਤੇ ਤੁਸੀਂ ਦੱਸੋ ਕੋਈ ਕਿੱਡਾ ਕੁ ਵੱਡਾ ਸਕੈਂਡਲ ਸੀ? ਜੀ ਵੀ ਪਹਿਲੀ ਗੱਲ ਕੋਈ ਵੀ ਜਿਹੜੀ ਬਿਮਾਰੀ ਹੈ ਨਾ ਕਿਹਾ ਜਾਂਦਾ ਜੀ ਕੁਦਰਤ ਨੇ ਲਿਆਂਦੀ। ਅੱਜ ਦੇ ਯੁੱਗ 'ਚ ਥੋੜੀ ਬਿਮਾਰੀ ਕੁਦਰਤ ਘੱਟ ਲਿਆਉਂਦੀ ਹੈ, ਬੰਦੇ ਦੀ ਬਣਾਈ ਹੋਈ ਹੈ। ਰਾਜ ਕਰਦਾ ਸ਼੍ਰੇਣੀਆਂ ਬਿਮਾਰੀਆਂ ਪੈਦਾ ਕਰਦੀਆਂ, ਉਹੀ ਉਹਨਾਂ ਨੂੰ ਪ੍ਰਚਾਰਦੀਆਂ ਤੇ ਉਹੀ ਉਹਨਾਂ ਦੇ ਇਲਾਜ ਦੇ ਗੁੰਮਰਾਹਕੁਨ ਢੰਗ ਦੱਸਦੀਆਂ ਤੇ ਇਹਦੇ ਨਾਲ ਬਹੁਤ ਵੱਡਾ ਵਪਾਰ ਚੱਲਦਾ ਹੈ। ਹੁਣ ਕਰੋਨਾ ਹੀ ਲਾਓ, ਵਾਇਰਸ ਦਾ ਬਿਮਾਰੀ ਹੈ ਔਰ ਲੋਕਾਂ ਦੇ ਅੰਦਰ ਭੈ ਪੈਦਾ ਕਰਤਾ। ਚਾਹੀਦੀ ਤਾਂ ਅਸੀਂ ਚੇਤਨਾ ਪੈਦਾ ਕਰਨੀ, ਭੈ ਪੈਦਾ ਕਰਤਾ। ਮਤਲਬ ਤੁਹਾਡੇ ਦਵਾਈ ਦਾ ਇਲਾਜ ਪੁਲਿਸ ਦੀ ਡਾਂਗ ਵਿੱਚੋਂ ਪੈਦਾ ਕਰਤਾ। ਡਾਕਟਰ ਕੋਲ ਜਾਵੇ ਨਾ ਜਾਵੇ, ਪੁਲਿਸ ਵਾਲਾ ਤੁਹਾਨੂੰ ਜ਼ਰੂਰ ਦੱਸੇ ਵੀ ਆਹ ਖਾਣਾ ਤੇ ਮੂੰਹ ਤੇ ਮਾਸਕ ਲਾਉਣਾ। ਹੁਣ ਦੱਸੋ ਮੂੰਹ ਤੇ ਮਾਸਕ ਲਾਉਣ ਨਾਲ ਤੁਹਾਡੇ ਅੰਦਰ ਕਿੰਨੀ ਕੁ ਆਕਸੀਜਨ ਜਾਊਗੀ? ਆਕਸੀਜਨ ਤਾਂ ਪਹਿਲੇ ਨੰਬਰ 'ਤੇ ਚਾਹੀਦੀ ਹੈ ਨਾ, ਉਹ ਤਾਂ ਅੰਦਰ ਜਾ ਨਹੀਂ ਰਹੀ। ਜਿਹੜਾ ਵਾਇਰਸ ਆ ਉਹ ਅੰਦਰੋਂ ਜਾਣੋਂ ਰੁਕਿਆ ਨਹੀਂ, ਬੰਦੇ ਨੇ ਮਰਨਾ ਹੀ ਹੈ ਨਾ। ਫਿਰ ਜਿੰਨਾ ਬੰਦਾ ਬਿਮਾਰ ਹੁੰਦਾ, ਕਾਰਪੋਰੇਟ ਸੈਕਟਰ ਦੀਆਂ ਜਿਹੜੀਆਂ ਦਵਾਈ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਮੌਜਾਂ ਬਣ ਗਈਆਂ। ਜਦੋਂ ਕਿ ਇਹਨਾਂ ਕੋਲ ਇਲਾਜ ਵੀ ਨਹੀਂ ਸੀ, ਬਿਨਾਂ ਇਲਾਜ ਤੋਂ ਦਵਾਈ ਹੈ ਜਿਹੜੀ 35-35 ਹਜ਼ਾਰ ਕਰੋੜ ਦੀ ਇੱਕ ਇੱਕ ਕੰਪਨੀ ਤੋਂ ਲਈ ਗਈ। ਅਕਸਰ ਮੰਨਿਆ ਜਾਂਦਾ ਹੈ, ਅਖਬਾਰਾਂ ਦੇ ਵਿੱਚ ਆਉਂਦਾ ਹੈ ਵੀ ਇਹ ਕਰੋਨੇ ਦਾ ਜਿਹੜਾ ਠੱਗੀ ਹੈ ਨਾ ਸਕੈਮ ਉਹ 1.7 ਟ੍ਰਿਲੀਅਨ ਡਾਲਰ ਦੀ ਹੈ। 1.7 ਟ੍ਰਿਲੀਅਨ ਡਾਲਰ ਬਣ ਗਿਆ 1700 ਬਿਲੀਅਨ ਡਾਲਰ ਤੇ 100 ਬਿਲੀਅਨ ਡਾਲਰ ਹੁੰਦਾ 8 ਲੱਖ ਕਰੋੜ। 8 ਲੱਖ ਕਰੋੜ ਨੂੰ 17 ਨਾਲ ਗੁਣਾ ਕਰ ਲਓ ਤੇ ਹਿੰਦੁਸਤਾਨ ਦਾ ਅੱਧਾ ਬਜਟ ਬਣ ਜਾਂਦਾ। ਹਿਸਾਬ ਲਾਓ ਤੁਸੀਂ, ਠੀਕ ਹੈ। ਐਡਾ ਵੱਡਾ ਸਕੈਂਡਲ ਇੱਕ ਬਿਮਾਰੀ ਤੇ ਉਹਨਾਂ ਨੇ ਪੈਦਾ ਕਰ ਲਿਆ, ਹੋਰ ਇਹਨਾਂ ਨੂੰ ਕੀ ਚਾਹੀਦਾ ਇਹਨਾਂ ਲਈ ਤਾਂ ਕਰੋਨਾ ਰੋਜ਼ ਆਵੇ। ਜਿਹੜੀਆਂ ਇੰਸਟੀਟਿਊਸ਼ਨਾਂ ਦਵਾਈ ਦੀਆਂ ਕੰਪਨੀਆਂ ਨੇ ਔਰ ਜਿਹੜੀਆਂ ਆਪਣੀਆਂ ਅਖੌਤੀ ਸਰਕਾਰਾਂ ਨੇ, ਜਿੰਨੀਆਂ ਭਾਵੇਂ ਅਮਰੀਕਾ ਵਰਗੀ ਬਹੁਤ ਅਗਾਂਹ ਵਧੂ ਸਰਕਾਰ ਹੈ ਤੇ ਭਾਵੇਂ ਹਿੰਦੁਸਤਾਨ ਵਰਗੀ ਦੁਨੀਆ ਦੀ ਸਭ ਤੋਂ ਪਛੜੀ ਸਰਕਾਰ ਹੈ। ਪਛੜੀ ਸੋਚ ਦੀ ਸਰਕਾਰ ਕਿਉਂ ਨਾ ਹੋਵੇ, ਸਾਡੇ ਕੋਲ ਅਮਰੀਕਾ ਜਿੰਨੀ ਚੇਤਨਾ ਨਹੀਂ ਹੈ, ਇਹ ਪੱਕੀ ਗੱਲ ਹੈ। ਦੋਨਾਂ ਦਾ ਮਤਲਬ ਮੰਤਵ ਦੋਨਾਂ ਦਾ ਸਾਂਝਾ ਹੈ ਵੀ ਆਪਦੀ ਆਬਾਦੀ 'ਚ ਰੋਗ ਕਿਵੇਂ ਪੈਦਾ ਕਰਨੇ ਆ, ਕਿਵੇਂ ਪ੍ਰਚਾਰ ਕਰਨਾ ਹੈ, ਕਿਵੇਂ ਡਾਂਗ ਦੇ ਜ਼ੋਰ ਨਾਲ ਉਹਨੂੰ ਰੋਗੀ ਬਣਾਉਣਾ ਹੈ ਤੇ ਕਿਵੇਂ ਦਵਾਈਆਂ ਖਾਣੀਆਂ ਤੇ ਕਿਵੇਂ ਐਡੇ ਵੱਡੇ ਸਕੈਂਡਲ 'ਚੋਂ ਪੈਸੇ ਕਮਾਉਣੇ ਆ। ਇਹਦਾ ਤੇ ਇਹੋ ਜਿਹਾ ਸੂਰਜ ਤਾਂ ਰੋਜ਼ ਚੜ੍ਹੇ। ਬਾਪੂ ਜੀ, ਜੇ ਤੁਹਾਡੀ ਗੱਲਬਾਤ ਨੂੰ ਧਿਆਨ ਨਾਲ ਇਸ ਪਾਸੇ ਦਿੱਤਾ ਜਾਵੇ ਧਿਆਨ ਕਿ ਜਿਹੜੀ ਕੁਦਰਤ ਹੈ ਉਹਦੇ 'ਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਬੰਦਾ ਜਿਹੜਾ ਉਹ ਭਾਰੂ ਹੋਣ ਦੀ ਕੋਸ਼ਿਸ਼ ਕਰ ਰਿਹਾ ਤੇ ਆਉਣ ਵਾਲੇ ਸਮੇਂ ਫਿਰ ਇਹ ਵਿਨਾਸ਼ਕਾਰੀ ਨਹੀਂ ਹੋ ਸਕਦੀ, ਸਥਿਤੀ ਖਰਾਬ ਨਹੀਂ ਹੋ ਸਕਦੀ? ਬੰਦਾ ਜਦੋਂ ਕੋਈ ਕਰਤੂਤ ਕਰੂ ਕੁਦਰਤ ਦੇ ਨਾਲ, ਬੰਦਾ ਕੁਦਰਤ ਕਦੇ ਬੰਦੇ ਨਾਲ ਕੋਈ ਕਰਤੂਤ ਨਹੀਂ ਕਰਦੀ, ਇਹ ਪੱਕੀ ਗੱਲ ਹੈ। ਬੰਦਾ ਜਦੋਂ ਕੁਦਰਤ ਦੇ ਨਾਲ ਕੋਈ ਕਰਤੂਤ ਕੋਈ ਗੁਨਾਹ ਕਰੂਗਾ ਉਹਦੀ ਸਜ਼ਾ ਬੰਦੇ ਨੂੰ ਮਿਲਣੀ ਹੈ ਨਾ। ਇਹ ਤੋਂ ਆਪਾਂ ਕਿਵੇਂ ਬਚਾਂਗੇ? ਤੇ ਕਈ ਵਾਰੀ ਹੁਣ ਇਕੱਲਾ ਆਪਾਂ ਬੰਦਾ ਸ਼ਬਦ ਕਹਿਤਾ, ਇੱਕ ਭੋਲਾ ਭੰਡਾਰਾ ਜੰਗਲ 'ਚ ਬੈਠਾ ਕੁਦਰਤ ਨਾਲ ਕੋਈ ਛੇੜਛਾੜ ਨਹੀਂ ਕਰਦਾ। ਪੇਂਡੂ ਬੰਦਾ ਕੁਦਰਤ ਨਾਲ ਕੋਈ ਛੇੜਛਾੜ ਨਹੀਂ ਕਰਦਾ। ਜਾਨਵਰ ਕੁਦਰਤ ਨਾਲ ਕੋਈ ਛੇੜਛਾੜ ਨਹੀਂ ਕਰਦਾ। ਕੁਦਰਤ ਨਾਲ ਛੇੜਛਾੜ ਵੀ ਉਹ ਕਰਦੇ ਜਿਹੜੇ ਅਖੌਤੀ ਬਹੁਤ ਵੱਡੇ ਵਿਦਵਾਨ ਤੇ ਬਹੁਤ ਵੱਡੇ ਕਾਰਪੋਰੇਟ ਸੈਕਟਰ ਦੇ ਬੰਦੇ ਤੇ ਵੱਡੀਆਂ ਸਰਕਾਰਾਂ, ਵੱਡੀਆਂ ਪਾਰਟੀਆਂ,
ਵੱਡੀ ਬਿਊਰੋਕ੍ਰੇਸੀ, ਇਹ ਸਾਰੇ ਬੰਦੇ ਕੁਦਰਤ ਨਾਲ ਛੇੜਛਾੜ ਕਰਦੇ ਆ ਤੇ ਕੁਦਰਤ ਦੇ ਛੇੜਛਾੜ ਨਾਲ ਫਿਰ ਆਪਾਂ ਨੂੰ ਭੁਗਤਣਾ ਪਊਗਾ। ਉਹ 'ਚ ਇਹ ਆ ਵੀ ਇੱਕ ਮਾਸੂਮ ਬੰਦਾ ਵੀ ਮਾਰਿਆ ਜਾਂਦਾ ਹੈ। ਹਾਂ, ਮਤਲਬ ਕਹਿ ਲਈਏ ਜਿਸ ਤਰ੍ਹਾਂ ਚਲਾਕ ਲੋਕ ਭੋਲੀ ਭਾਲੀ ਜਨਤਾ ਨੂੰ ਲੁੱਟਣ ਵਾਸਤੇ ਬੈਠੇ ਨੇ, ਇਸੇ ਤਰ੍ਹਾਂ ਹੀ ਚਲਾਕ ਬੇਈਮਾਨ ਲੋਕ ਨੇ ਜਿਹੜੇ ਕੁਦਰਤ ਨੂੰ ਵੀ ਆਪਣੇ ਕੰਟਰੋਲ 'ਚ ਕਰ ਰਹੇ ਨੇ। ਹਾਂ, ਕੁਦਰਤ ਕੰਟਰੋਲ ਤਾਂ ਨਹੀਂ ਕਰ ਸਕਦੇ ਕੁਦਰਤ ਨੂੰ, ਪਰ ਕੁਦਰਤ ਦੀ ਦੁਰਵਰਤੋਂ ਕਰਦੇ ਆ ਨਾ, ਉਹਦੇ ਵਿੱਚ ਸਜ਼ਾ ਤਾਂ ਮਿਲੂਗੀ। ਹੁਣ ਮੰਨ ਲਓ ਐਟਮ ਬੰਬ ਬਣਾ ਲਿਆ, ਕੁਦਰਤ ਦੇ ਵਿੱਚ ਐਟਮ ਹੈਗਾ, ਬੰਬ ਬਣ ਸਕਦਾ ਹੈ, ਹੁਣ ਉਹਦੀ ਵਰਤੋਂ ਕਾਹਦੇ ਨਾਲ ਕਰਨੀ ਆ? ਐਟਮ ਦੀ ਐਨਰਜੀ ਨੂੰ ਕਿਹੜੇ ਚੀਜ਼ ਦੇ ਵਿੱਚ ਵਰਤਣਾ ਹੈ? ਫਿਰ ਤਾਂ ਇਹਦੇ ਵਰਗਾ ਦੁਨੀਆ ਦੇ ਉੱਤੇ ਜਿਵੇਂ ਕਹਿੰਦੇ ਵੀ ਸੁੱਖ ਕੋਈ ਨਹੀਂ। ਤੇ ਜੇ ਤੇ ਨਾਗਾਸਾਕੀ ਤੇ ਹੀਰੋਸ਼ੀਮਾ ਦੇ ਉੱਤੇ ਸਿੱਟਣਾ ਹੈ, ਫਿਰ ਇਹਦੇ ਵਰਗਾ ਗੁਨਾਹ ਕੋਈ ਨਹੀਂ। ਹੁਣ ਇਹ ਬੰਦੇ ਨੇ ਵੇਖਣਾ, ਬੰਦਾ ਵੀ ਕੀ ਨੇ? ਰਾਜ ਕਰਦਾ ਸ਼੍ਰੇਣੀ ਦੇ ਕਾਰਪੋਰੇਟ ਸੈਕਟਰ ਨੇ, ਕਿਉਂਕਿ ਇੱਕ ਗਰੀਬ ਦੇਸ਼ ਹੈ, ਉਹਦੇ ਕੋਲੇ ਤਾਂ ਕੋਈ, ਹੁਣ ਨੇਪਾਲ ਕੋਲੇ ਕੀ ਹੈ? ਕੁਛ ਵੀ ਨਹੀਂ। ਤਿੱਬਤ ਕੋਲੇ ਕੀ ਹੈ? ਕੁਛ ਵੀ ਨਹੀਂ। ਬਰਮਾ ਕੋਲੇ ਕੀ ਹੈ? ਕੁਛ ਵੀ ਨਹੀਂ। ਤੇ ਹੈ ਕਿਹਨਾਂ ਕੋਲੇ? ਜਿਹੜੇ ਬਹੁਤ ਵੱਡੇ, ਬਹੁਤ ਵਿਦਵਾਨ, ਅਖੌਤੀ ਮੰਗਲ ਗ੍ਰਹਿ ਤੱਕ ਪਹੁੰਚਣ ਵਾਲੇ। ਖਤਰਾ ਤਾਂ ਉੱਥੋਂ ਹੀ ਆ। ਤੇ ਉੱਥੇ ਕੁਦਰਤ ਨਾਲ ਜਦੋਂ ਛੇੜਛਾੜ ਕਰਨਗੇ ਤੇ ਸਜ਼ਾ ਭੁਗਤਣੀ ਪੈਣੀ ਹੈ। ਬਾਪੂ ਜੀ, ਡਾਕਟਰ ਔਲਖ ਹੁਣਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਛੋਟਾ ਜਿਹਾ ਸਵਾਲ ਹੈ। ਜਿਹੜਾ ਤੁਸੀਂ ਚਾਦਰਾ ਲਾਇਆ, ਬਹੁਤ ਹੀ ਪਿਆਰੇ ਲੱਗਦੇ ਹੋ। ਇੱਕ ਹਾਈ ਕੋਰਟ ਦੇ ਵਕੀਲ ਸਾਹਿਬ ਨੇ ਜਿਨ੍ਹਾਂ ਦੀ ਹੁਣ ਚਰਚਾ ਹੋਈ, ਉਹ ਵੀ ਚਾਦਰਾ ਲਾ ਕੇ ਜਾਂਦੇ ਨੇ, ਬਰਾੜ ਸਾਹਿਬ। ਤੇ ਕੀ ਕਹਿਣਾ ਚਾਹੋਗੇ ਤੁਸੀਂ? ਕੁਝ ਆਪਣੇ ਬਾਰੇ ਸੰਖੇਪ ਜਿਹਾ ਦੱਸੋ। ਜਿਹੜੀ ਤਾਂ ਗੱਲ ਹੈ ਵੀ ਅਸੀਂ ਪੰਜਾਬੀ ਪਰਿਵਾਰਾਂ 'ਚ ਪਲੇ ਹੋਏ ਹਾਂ। ਸਾਡੇ ਪਰਿਵਾਰ ਕੁਦਰਤੀ ਕੁਛ ਐਸੇ ਸੀ ਜਿਨ੍ਹਾਂ ਦੇ ਬਾਹਰਲੀ ਦੁਨੀਆ ਦਾ ਪ੍ਰਭਾਵ ਬਹੁਤ ਥੋੜ੍ਹਾ ਸੀ। ਵਿਚਰੇ ਹਾਂ, ਪਰ ਇਹ ਨਹੀਂ ਕਿ ਦੁਨੀਆ ਦਾ ਕੋਈ ਵੱਡੇ ਸਾਰੇ ਮਹਿੰਗੇ ਕੱਪੜੇ ਪਾ ਕੇ ਸਾਨੂੰ ਪ੍ਰਭਾਵਿਤ ਕਰਦਾ ਹੋਵੇ। ਸਾਨੂੰ ਆਪਦੇ ਕੱਪੜੇ ਚੰਗੇ ਲੱਗਦੇ ਸੀ, ਉਹ ਜਿਹਾ ਸਾਡੇ 'ਤੇ ਪ੍ਰਭਾਵ ਰਿਹਾ। ਫਿਰ ਕੁਛ ਲੋਕਾਂ ਦੀਆਂ ਟਿਚਰਾਂ ਤੇ ਤਾਨੇ ਸੁਣੇ, ਉਹਦੇ ਨਾਲ ਅਸੀਂ ਥੋੜ੍ਹੇ ਜਿਹੇ ਤਕੜੇ ਹੋ ਗਏ, ਕਰੜੇ ਹੋ ਗਏ ਤੇ ਲੋਕਾਂ ਦੇ ਬਰਾਬਰ ਖੜ੍ਹ ਕੇ ਸਾਨੂੰ ਇਹ ਮੰਨਣਾ ਪਿਆ ਵੀ ਇਹ ਪਤਲੂਨ ਕੋਟ ਵਾਲਾ, ਟਾਈ ਵਾਲਾ, ਐਚਕਨ ਧੀਰੇ ਪਜਾਮਾ ਵਾਲਾ, ਇਹਨੂੰ ਕਿਹਨੇ ਅਧਿਕਾਰ ਦਿੱਤਾ ਦੂਜੇ ਦੇ ਉੱਤੇ ਕਮੈਂਟ ਕਰਨ ਦਾ ਵੀ ਤੂੰ ਯੂ ਆਰ ਨਾਟ ਇਨ ਪ੍ਰੋਪਰ ਡਰੈਸ? ਪ੍ਰੋਪਰ ਡਰੈਸ ਦੀ ਕੀ ਡੈਫੀਨੇਸ਼ਨ ਹੈ, ਪਤਾ ਤਾਂ ਲੱਗੇ ਨਾ। ਇਹ ਦੱਸੋ ਵੀ ਐਚਕਨ ਧੀਰੇ ਪਜਾਮਾ ਕਿਵੇਂ ਪ੍ਰੋਪਰ ਹੈ? ਪੈਂਟ ਕੋਟ ਤੇ ਟਾਈ ਕਿਵੇਂ ਪ੍ਰੋਪਰ ਹੈ? ਹਾਂ, ਫਿਰ ਧੋਤੀ ਕਿਵੇਂ ਪ੍ਰੋਪਰ ਨਹੀਂ? ਬੇਇੱਜ਼ਤੀ ਕਿਵੇਂ ਪ੍ਰੋਪਰ ਨਹੀਂ? ਤੇ ਚਾਦਰਾ ਕਿਵੇਂ ਪ੍ਰੋਪਰ ਨਹੀਂ? ਤਾਂ ਪਤਾ ਲੱਗੇ ਨਾ। ਤੇ ਜੇ ਇਹਨਾਂ ਦੀ ਗੱਲ ਸੁਣਨਗੇ ਵੀ ਗੱਦੀ ਤੇ ਬੈਠੇ ਆ, ਕੁਰਸੀ ਤੇ ਬੈਠੇ ਆ, ਰਾਸਤਾ ਇਹਨਾਂ ਦੇ ਹੱਥ 'ਚ ਹੈ, ਤੇ ਜੋ ਕਹਿਤਾ ਵੀ ਯੂ ਆਰ ਨਾਟ ਇਨ ਪ੍ਰੋਪਰ ਡਰੈਸ, ਇਹਨਾਂ ਦੀ ਗੱਲ ਕਿਵੇਂ ਮੰਨਾਂਗੇ ਅਸੀਂ ਕਹਿੰਦੇ ਵੀ ਤੁਸੀਂ ਪ੍ਰੋਪਰ ਡਰੈਸ 'ਚ ਨਹੀਂ। ਕੀ ਬਗਾਨਾ ਮੁਲਕ ਤੁਹਾਡੇ 'ਤੇ ਰਾਜ ਕਰਕੇ, ਇਹ ਇਜ਼ ਇਟ ਪ੍ਰੋਪਰ? ਬਗਾਨਾ ਮੁਲਕ ਆਪਦੀ ਭਾਸ਼ਾ ਤੁਹਾਡੇ 'ਤੇ ਠੋਕ ਕੇ ਤੁਹਾਡੀ ਭਾਸ਼ਾ ਨੂੰ ਮਾਂਜ ਕੇ ਰੱਖਦੇ, ਇਹ ਪ੍ਰੋਪਰ ਹੈ? ਬਗਾਨਾ ਮੁਲਕ ਤੁਹਾਡੇ 'ਤੇ ਆਪਣਾ ਭੇਸ ਲਾਗੂ ਕਰਦੇ, ਇਹ ਪ੍ਰੋਪਰ ਹੈ? ਜੇਠਾੜ ਦੇ ਵਿੱਚ, ਜੇਠਾੜ ਦੀ ਰੁੱਤ 'ਚ ਤੁਹਾਡੇ ਪੈਂਟ ਕੋਟ ਤੇ ਟਾਈ ਬੂਟ ਲਾ ਕੇ ਸਿਗਰਟ ਦੁਪਹਿਰੇ ਖੜਾ ਦੇਣੇ, ਕਿੰਨਾ ਕੁ ਮਿੰਟ ਖੜੋਗੇ? ਆ ਧੋਤੀ ਕੁੜਤਾ ਚਾਦਰਾ ਪਾ ਕੇ ਬਹਿ ਕੁਝ ਨਹੀਂ ਹੁੰਦਾ। ਕੋਈ ਨਵੇਂ ਮੁੰਡੇ ਕਿੰਨੇ ਕੁ ਲੱਗੇ ਨੇ ਤੁਹਾਨੂੰ ਵੇਖ? ਬੇਟਾ ਨਵੇਂ ਮੁੰਡੇ ਵਿਚਾਰੇ ਗੁਲਾਮੀ ਦੀ ਅਵਸਥਾ ਦੇ ਵਿੱਚੋਂ ਉਸ ਇਥੋਸ 'ਚੋਂ ਪੈਦਾ ਹੋਏ ਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਆਜ਼ਾਦੀ ਹੁੰਦੀ ਕੀ ਹੈ, ਤੇ ਇਸ ਕਰਕੇ ਉਹਦੇ ਸ਼ਿਕਾਰ ਹੋ ਜਾਂਦੇ ਆ। ਨਵੀਂ ਉਮਰ ਦਾ ਬੱਚਾ ਜਿਹੜਾ ਉਹ ਸ਼ਿਕਾਰ ਹੋ ਜਾਂਦਾ ਹੈ। ਇਹ ਤਾਂ ਚੇਤਨਾ ਵਿਵੇਕ ਹੈ ਜਿਹੜੇ ਨਾ ਅਧਿਐਨ ਨਾਲ ਆਉਂਦੀ ਹੈ। ਔਲਖ ਸਰ, ਜਿਹੜਾ ਕਰੋਨੇ ਦੀ ਆਪਾਂ ਗੱਲ ਕਰੀਏ, ਜਿਸ ਤਰ੍ਹਾਂ ਪਿੱਛੇ ਤੁਸੀਂ ਆਪਣਾ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ, ਵੈਕਸੀਨ ਕਿਸ ਤਰ੍ਹਾਂ ਤਿਆਰ ਹੋ ਜਾਂਦੀ ਹੈ ਇਸ ਦੀ? ਕਿਵੇਂ ਫਿਰ ਸਮਾਜ ਨੂੰ ਕਹਿੰਦੇ ਜਾਂ ਸੰਸਾਰ ਨੂੰ ਅਸੀਂ ਬਚਾਉਣਾ ਬਿਮਾਰੀਆਂ ਤੋਂ, ਜੇ ਕਰੋਨੇ ਦੀ ਗੱਲ ਕਰ ਲਈਏ? ਇਹ ਸਵਾਲ ਦਾ ਤੇ ਜਵਾਬ ਤੁਸੀਂ ਬਾਪੂ ਜੀ ਨੂੰ ਪੁੱਛ ਲੈਂਦੇ ਤਾਂ ਵਧੀਆ ਦੱਸਣਾ ਸੀ। ਤੁਸੀਂ ਜਵਾਬ ਦਿਓ। ਦੁਨੀਆ ਦੀ ਸਭ ਤੋਂ ਪਹਿਲੀ ਵੈਕਸੀਨ ਬਣਾਈ ਹੈ ਬੈਂਜਾਮਿਨ ਜੈਸਟੀ ਨੇ। ਉਹ ਇੱਕ ਅਨਪੜ੍ਹ ਬੰਦਾ ਸੀ, ਕਿਸਾਨ ਸੀ, ਡੇਅਰੀ ਫਾਰਮਰ ਸੀ, ਔਰ ਦੁਨੀਆ ਦੀ ਸਭ ਤੋਂ ਪਹਿਲੀ ਵੈਕਸੀਨ, ਚੇਚਕ ਦੀ ਵੈਕਸੀਨ ਉਹਨੇ ਤਿਆਰ ਕੀਤੀ। ਤੇ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਵੈਕਸੀਨ ਬਣਾਉਣ ਵਾਸਤੇ ਕਿੱਡੇ ਕੁ ਵੱਡੇ ਟੈਲੈਂਟ ਦੀ ਲੋੜ ਹੈ। ਹਾਂ, ਮੈਂ ਉਹਨੂੰ ਮਹਾਨ ਸਾਇੰਟਿਸਟ ਮੰਨਦਾ, ਔਰ ਉਹਨੂੰ ਦੁਨੀਆ ਦੇ ਵਿੱਚ ਵੀ ਇੱਕ ਮਹਾਨ ਸਾਇੰਟਿਸਟ ਦਾ ਦਰਜਾ ਆਇਆ। ਬਾਅਦ ਵਿੱਚ ਐਡਵਰਡ ਜੈਨਰ ਨੇ ਉਹੀ ਟੈਕਨੋਲੋਜੀ ਦੀ ਵੈਕਸੀਨ ਪਪੂਲਰ ਕੀਤੀ। ਉਹਦੀ ਕਿਸਮਤ ਚੰਗੀ ਸੀ ਕਿ ਸਪੇਨ ਦੇ ਬਾਦਸ਼ਾਹ ਦੀ ਕੁੜੀ ਨੂੰ ਚੇਚਕ ਹੋ ਗਈ, ਜਿਹਦੇ ਨਾਲ ਸਪੇਨ ਦਾ ਸ਼ਾਹੀ ਖਾਨਦਾਨ ਉਹਦੇ ਨਾਲ ਖੜ ਗਿਆ। ਤੇ ਉਹ ਟੈਕਨੀਕ ਅੱਜ ਵੀ ਉਹਦੇ ਨਾਲ ਹੀ ਚੇਚਕ ਦੀ ਵੈਕਸੀਨ ਬਣਦੀ ਆ। ਔਰ ਦੁਨੀਆ ਦੀਆਂ ਸਾਰੀਆਂ ਵੈਕਸੀਨਾਂ ਬੇਸਿਕਲੀ ਕਮੋ ਬੇਸ ਉਸੇ ਹੀ ਟੈਕਨੀਕ ਨਾਲ ਬਣਦੀਆਂ ਅੱਜ ਵੀ। ਤੇ ਵੈਕਸੀਨ ਬਣਾਉਣਾ ਕੋਈ ਅੱਜ ਦੀ ਤਰੀਕ 'ਚ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ। ਤੁਸੀਂ ਮੈਨੂੰ 10ਵੀਂ ਪਾਸ ਬੱਚੇ ਦੇ ਦਿਓ ਤੇ ਮੈਂ ਤੁਹਾਨੂੰ ਕਿਸੇ ਵੀ ਚੀਜ਼ ਦੀ ਵੈਕਸੀਨ ਬਣਾ ਕੇ ਦੇ ਦਿਆਂਗਾ।
ਇਹਦੇ ਵਾਸਤੇ ਬਹੁਤ ਇਹ ਟੈਕਨੀਕਲ ਗ੍ਰੇਡ ਦਾ ਕੰਮ ਹੈ, ਇਹ ਸਾਇੰਟੀਫਿਕ ਗ੍ਰੇਡ ਦਾ ਕੰਮ ਹੈ ਹੀ ਨਹੀਂ। ਹੋਣਾ ਇਹ ਚਾਹੀਦਾ ਸੀ ਜਦੋਂ ਕਰੋਨਾ ਆਇਆ ਅਸੀਂ ਦਵਾਈਆਂ ਦੀ ਖੋਜ ਕਰਦੇ, ਉਹ ਸਾਇੰਟੀਫਿਕ ਗ੍ਰੇਡ ਦਾ ਕੰਮ ਆ, ਉਹਦੇ ਵਾਸਤੇ ਸਾਇੰਟੀਫਿਕ ਟੈਲੈਂਟ ਚਾਹੀਦਾ। ਜਿਹੜਾ WHO ਦੀ 70 ਸਾਇਆ ਹੇਠ ICMR ਵਰਗੀਆਂ ਸੰਸਥਾਵਾਂ ਔਰ ਜਿਵੇਂ ਇੰਗਲੈਂਡ ਦੇ ਵਿੱਚ BMRC ਆ, ਇਹਨਾਂ ਸੰਸਥਾਵਾਂ ਨੇ ਦੁਨੀਆ 'ਚੋਂ ਗਾਇਬ ਕਰ ਦਿੱਤਾ। ਹੁਣ ਮੈਂ ਫਿਰ ਉੱਥੇ ਜਾਵਾਂਗਾ ਜਿੱਥੇ ਬਾਪੂ ਜੀ ਨੇ ਛੱਡਿਆ ਸੀ, ਕਿ ਚਾਦਰੇ ਦੀ ਗੱਲ ਕਰ ਰਹੇ ਸੀ ਤੁਸੀਂ। ਉਹ ਅਸੀਂ ਲੋਕ ਅੱਜ ਵੀ ਜ਼ਿਹਨੀ ਤੌਰ ਤੇ ਗੁਲਾਮ ਹੈ, ਚਾਹੇ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ, ਸਾਡੇ ਉੱਤੇ ਅੱਜ ਵੀ ਲਾਰਡ ਮੈਕਾਲੇ ਦਾ ਥੋਪਿਆ ਹੋਇਆ ਐਜੂਕੇਸ਼ਨ ਸਿਸਟਮ ਕੰਮ ਕਰ ਰਿਹਾ, ਔਰ ਸਾਡੀਆਂ ਸਾਰੀਆਂ ਯੂਨੀਵਰਸਿਟੀਆਂ, ਸਾਰੇ ਰਿਸਰਚ ਇੰਸਟੀਚਿਊਟ ਉਹਦੇ ਉੱਤੇ ਹੀ ਕੰਮ ਕਰ ਰਹੇ ਨੇ। ਇਹ ਇੱਕ ਵਜ੍ਹਾ ਹੈ ਕਿ ਅਸੀਂ ਉਹ ਇੰਟਰਨੈਸ਼ਨਲ ਲੈਵਲ ਦਾ ਟੈਲੈਂਟ ਪੈਦਾ ਨਹੀਂ ਕਰ ਪਾ ਰਹੇ। ਅਸੀਂ ਅੱਜ ਵੀ ਵੈਕਸੀਨਾਂ ਦੇ ਮੱਕੜ ਜਾਲ 'ਚ ਫਸੇ ਹੋਏ ਹਾਂ, ਦਵਾਈਆਂ ਦੀ ਖੋਜ ਅਸੀਂ ਕਰ ਨਹੀਂ ਪਾਉਂਦੇ। ਜੋ WHO ਸਾਨੂੰ ਗਾਈਡ ਕਰਦਾ, ਜੋ ICMR ਸਾਨੂੰ ਗਾਈਡ ਕਰਦਾ, ਅਸੀਂ ਇੱਕ ਦਲਦਲ 'ਚ ਫਸਦੇ ਜਾ ਰਹੇ ਹਾਂ। ਕਰੋਨਾ ਆਇਆ, ਦਵਾਈ ਸਾਡੇ ਕੋਲ ਬਣੀ ਨਹੀਂ। ਵੈਕਸੀਨਾਂ ਜੋ ਬਹੁਤ ਹੀ ਘਟੀਆ ਗਿਆਨ ਨਾਲ ਬਣਦੀਆਂ ਨੇ, ਜੋ ਬਹੁਤ ਹੀ ਲੋ ਲੈਵਲ ਦਾ ਟੈਲੈਂਟ ਚਾਹੀਦਾ ਹੁੰਦਾ, ਉਹ ਵੇਚੀਆਂ ਗਈਆਂ। ਕਿਉਂ ਵੇਚੀਆਂ ਗਈਆਂ? ਕਿ ਕੁਝ ਕਾਰਪੋਰੇਟ ਘਰਾਣਿਆਂ ਦੇ ਘਰ ਭਰਨੇ ਸੀ। ਜਿਵੇਂ ਬਾਪੂ ਜੀ ਕਹਿੰਦੇ ਹੁੰਦੇ ਆ ਕਿ ਗੋਗੜਾਂ ਬਣ ਗਈਆਂ, ਉਹਨਾਂ ਦੇ ਢਿੱਡ ਨਹੀਂ ਰਹੇ, ਹੁਣ ਢਿੱਡ ਭਰਨੇ ਸੀ ਉਹਨਾਂ ਦੇ। ਉਹ ਢਿੱਡ ਭਰਨ ਵਾਸਤੇ WHO ਨੇ, ICMR ਨੇ ਵੈਕਸੀਨਾਂ ਵਿਕਵਾਈਆਂ। ਕਿੱਦਾਂ ਵਿਕਵਾਈਆਂ? ਲੋਕਾਂ ਨੂੰ ਡੰਡੇ ਮਾਰ ਮਾਰ ਕੇ ਵਿਕਵਾਈਆਂ। ਪਹਿਲਾਂ ਤੇ ਲਾਕਡਾਊਨ ਕੀਤੇ, ਲੋਕਾਂ ਦੇ ਮਨਾਂ 'ਚ ਦਹਿਸ਼ਤ ਪੈਦਾ ਕੀਤੀ। ਫਿਰ ਉਹ ਪੁਲਿਸ ਨੇ ਜੋ ਸੀਨ ਦਿਖਾਏ ਗਏ ਟੈਲੀਵਿਜ਼ਨ 'ਤੇ ਉਹਨਾਂ ਦਿਨਾਂ ਵਿੱਚ, ਉਹ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਲਈਆਂ। ਜਿਹਨੇ ਵੈਕਸੀਨ ਨਹੀਂ ਲਵਾਈ ਉਹਨੂੰ ਤਨਖਾਹ ਨਹੀਂ ਮਿਲੇਗੀ। ਕੋਈ ਟ੍ਰੇਨ 'ਚ ਨਹੀਂ ਚੜ੍ਹ ਸਕਦਾ, ਕੋਈ ਹਵਾਈ ਜਹਾਜ਼ 'ਚ ਨਹੀਂ ਚੜ੍ਹ ਸਕਦਾ, ਕੋਈ ਬੱਸ 'ਚ ਨਹੀਂ ਚੜ੍ਹ ਸਕਦਾ, ਕੋਈ ਸਰਕਾਰੀ ਦਫ਼ਤਰ 'ਚ ਨਹੀਂ ਜਾ ਸਕਦਾ, ਕੋਈ ਬੈਂਕ 'ਚ ਨਹੀਂ ਜਾ ਸਕਦਾ। ਇੱਦਾਂ ਕਰਕੇ ਇੱਕ ਦਹਿਸ਼ਤ ਮਾਹੌਲ ਬਣਾਇਆ ਗਿਆ। ਹੁਣ ਇਹ ਕਰੀਬ ਸਵਾ 200 ਕਰੋੜ ਯਾਨੀ ਕਿ 2.25 ਅਰਬ ਲੋਕਾਂ ਨੂੰ ਵੈਕਸੀਨ ਲਾਈ ਗਈ ਹੈ, ਜਿਹਦੀ ਕੋਈ ਜ਼ਰੂਰਤ ਨਹੀਂ ਸੀ, ਬੇਸਿਕਲੀ ਕੋਈ ਜ਼ਰੂਰਤ ਨਹੀਂ ਸੀ। ਹਾਲਾਂਕਿ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਵੈਕਸੀਨਾਂ ਵੇਚਣ ਵਾਸਤੇ ਹੀ ਸਾਰਾ ਪ੍ਰਪੰਚ ਰਚਿਆ ਗਿਆ, ਔਰ ਪੂਰੀ ਦੁਨੀਆ 'ਚ, ਕਿਉਂਕਿ WHO ਤਾਂ ਸਾਰੀ ਦੁਨੀਆ 'ਚ ਕੰਮ ਕਰਦਾ। ਔਰ ਇਹ ਜਿਹੜੀਆਂ ਲਾਰਡ ਮੈਕਾਲੇ ਦੀ ਦਿੱਤੀ ਹੋਈ ਐਜੂਕੇਸ਼ਨ ਹੈ ਸਾਡੇ ਮੁਲਕ 'ਚ ਹੈ, ਔਰ ਇਹ ਉੱਧਰੋਂ ਹੀ ਆਈ ਹੈ ਨਾ, ਪੱਛਮ 'ਚੋਂ, ਅਤੇ ਪੱਛਮ ਦੇ ਮੁਲਕਾਂ 'ਤੇ ਆਲਰੇਡੀ ਹੈਗੀ ਸੀ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ, ਸਾਨੂੰ ਹਿੰਦੁਸਤਾਨੀ ਹੋਣ 'ਤੇ ਸ਼ਰਮ ਆਉਣੀ ਚਾਹੀਦੀ ਆ ਕਿ ਆਚਾਰੀਆ ਧਨਵੰਤਰੀ, ਆਚਾਰੀਆ ਚਰਕ, ਆਚਾਰੀਆ ਸੁਸਰਤ, ਆਚਾਰੀਆ ਜੀਵਕ ਵਰਗੇ ਬੰਦੇ ਸਾਡੇ ਮੁਲਕ 'ਚ ਪੈਦਾ ਹੋਏ। ਅੱਜ ਅਸੀਂ ਦਵਾਈਆਂ ਦੀਆਂ ਖੋਜਾਂ 'ਚ ਕਿੱਥੇ ਨੇ? ਬਾਬਾ ਰਾਮਦੇਵ ਵਰਗਿਆਂ ਨੇ, ਆਯੁਸ਼ ਮੰਤਰਾਲਿਆਂ ਵਰਗਿਆਂ ਨੇ ਆਯੁਰਵੇਦ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ। ਇਹਨਾਂ ਨੇ ਆਯੁਰਵੇਦ ਦਾ, ਉਹ ਕਹਿੰਦੇ ਨਾ ਕਿ ਕਹਿੰਦੇ ਆ ਮਤਲਬ ਇੱਕ ਤਰ੍ਹਾਂ ਦਾ ਲੋਕਾਂ ਵਿੱਚ, ਦੁਨੀਆ ਦੇ ਵਿੱਚ ਮਜ਼ਾਕ ਬਣ ਕੇ ਰਹਿ ਗਿਆ ਆਯੁਰਵੇਦ ਇਹਨਾਂ ਲੋਕਾਂ ਦੀ। ਇਹਨਾਂ ਨੇ ਤਾਂ ਕਾਰੋਬਾਰ ਖੜੇ ਕਰ ਲਏ। ਆਯੁਰਵੇਦ ਦਾ ਹੋ ਗਿਆ ਬੇੜਾ ਗਰਕ, ਖੋਜਾਂ ਸਾਡੀਆਂ ਖਤਮ ਹੋ ਗਈਆਂ। ਅਸੀਂ ਸੋਚ ਹੀ ਨਹੀਂ ਸਕਦੇ ਇੰਡੀਪੈਂਡੈਂਟਲੀ। ਮੈਨੂੰ ਤਾਂ ਪਤਾ ਵੀ ਨਹੀਂ ਚੱਲਣਾ ਇਹਨਾਂ ਗੱਲਾਂ ਦਾ ਨਾ। ਮੈਂ ਤਾਂ ICMR ਕੋਲ ਚਲਾ ਗਿਆ। ਹੋਇਆ ਕਿ ਜਦੋਂ ਮੈਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਚਿੱਠੀ ਲਿਖੀ, ਉਹਦਾ ਅੱਜ ਤੱਕ ਕੋਈ ਜਵਾਬ ਨਹੀਂ ਆਇਆ। ਫਿਰ ਮੈਂ ਸਿਹਤ ਮੰਤਰੀ ਨੂੰ ਲਿਖੀ, ਫਿਰ ਮੈਂ ਆਯੁਸ਼ ਮੰਤਰੀ ਨੂੰ ਲਿਖੀ। ਫਿਰ ਮੈਂ ਸੋਚਿਆ ਲਾਕਡਾਊਨ ਲੱਗਾ ਹੋਇਆ, ਸ਼ਾਇਦ ਕੋਈ ਚਿੱਠੀਆਂ ਦੇਖਦਾ ਕਿ ਨਹੀਂ ਦੇਖਦਾ। ਮੈਂ ਸਿੱਧਾ ICMR ਕੋਲ ਚਲਾ ਗਿਆ। ਉਹਨਾਂ ਨੇ ਮੈਨੂੰ ਸਿਸਟਮ ਦੇ ਅੰਦਰ ਲੈ ਲਿਆ, ਬੜੀ ਭਕਾਈ ਕਰਾਉਣ ਤੋਂ ਬਾਅਦ। ਸਿਸਟਮ ਦੇ ਅੰਦਰ ਜਾਣ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਇਹ ਜਿਹੜਾ ਸਿਸਟਮ ਹੈ, ਇਹ ਤਾਂ ਹੈ ਹੀ ਕਾਰਪੋਰੇਟ ਘਰਾਣਿਆਂ ਵਾਸਤੇ ਆ। ਇਹ ਤਾਂ ਬਣਾਇਆ ਹੀ ਉਹਨਾਂ ਵਾਸਤੇ ਗਿਆ। ਮੋਦੀ ਜੀ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ 2019 ਵਿੱਚ, ਨਿਊ ਡਰੱਗ ਐਂਡ ਕਲੀਨਿਕਲ ਟ੍ਰਾਇਲ ਰੂਲ। ਉਹ ਕਾਨੂੰਨ ਬਣਾ ਕੇ ਵਿਗਿਆਨਕਾਂ ਕੋਲੋਂ ਦਵਾਈਆਂ ਦੀ ਖੋਜ ਕਰਨ ਦਾ ਹੱਕ ਖੋਲ੍ਹਿਆ। ਜਦੋਂ ਵਿਗਿਆਨਕਾਂ ਕੋਲ ਦਵਾਈਆਂ ਦਾ ਹੱਕ ਖੋਲ੍ਹਿਆ, ਦਵਾਈਆਂ ਦੀ ਖੋਜ ਕਰਨ ਦਾ, ਦੇ ਦਿੱਤਾ ਕਾਰਪੋਰੇਟ ਘਰਾਣਿਆਂ ਨੂੰ। ਹੁਣ ਕਾਰਪੋਰੇਟ ਘਰਾਣੇ ਤਾਂ ਪ੍ਰੋਫਿਟ ਕਮਾਉਣ ਵਾਸਤੇ ਬੈਠੇ, ਉਹਨਾਂ ਨੇ ਤਾਂ ਪ੍ਰੋਫਿਟ ਕਮਾਉਣੇ ਆ। ਉਹਨਾਂ ਨੇ ਤਾਂ ਪ੍ਰੋਫਿਟ ਖੂਬ ਕਮਾਏ ਕਰੋਨਾ ਦੇ ਵਿੱਚ। ਹੁਣ ਜਿਵੇਂ ਬਾਪੂ ਜੀ ਨੇ ਇੱਕ ਦਿੱਤਾ ਕਿ $1.7 ਟ੍ਰਿਲੀਅਨ, ਜੇ ਤੁਸੀਂ ਇਹਨੂੰ ਕੈਲਕੂਲੇਟ ਕਰੋਗੇ ਨਾ, ਤਾਂ ਸ਼ਾਇਦ ਇਸ ਤੋਂ ਵੀ ਬੜਾ ਨਿਕਲੇ। ਸ਼ਾਇਦ ਤੁਸੀਂ ਦੇਖਿਆ ਕਿੰਨੇ ਮਾਸਕ ਵਿਕੇ, ਕਿੰਨੇ ਸੈਨੀਟਾਈਜ਼ਰ ਵਿਕੇ, ਕਿੰਨੀਆਂ PPE ਕਿੱਟਾਂ ਵਿਕੀਆਂ, ਕਿੰਨੀਆਂ ਰੈਮਡੇਸਿਵਿਰ ਵਰਗੀਆਂ ਦਵਾਈਆਂ ਵਿਕੀਆਂ, ਕਿੰਨੀਆਂ ਵੈਕਸੀਨਾਂ ਵਿਕੀਆਂ, ਔਰ ਕਿੰਨੇ ਲੋਕਾਂ ਦੇ ਨੁਕਸਾਨ ਹੋਏ, ਕਾਰੋਬਾਰਾਂ ਦੇ ਨੁਕਸਾਨ। ਲੋਕੀ ਬੇਰੁਜ਼ਗਾਰ ਹੋਏ। ਅੱਜ ਵੀ ਲੋਕਾਂ ਦੇ ਪੱਟੇ ਹੋਏ ਕਾਰੋਬਾਰ ਮੁੜ ਕੇ ਪੈਰਾਂ 'ਤੇ ਨਹੀਂ ਖੜੇ। ਪੂਰੀਆਂ ਇਕਾਨਮੀਆਂ ਤਬਾਹ ਹੋ ਗਈਆਂ। ਅਮੀਰ ਹੋਰ ਅਮੀਰ ਹੋ ਗਏ। ਤੁਸੀਂ ਦੇਖਿਆ ਹਿੰਦੁਸਤਾਨ ਦੇ ਕੁਝ ਲੋਕ ਅੱਜ ਦੁਨੀਆ ਦੇ ਮੂਹਰਲੇ ਅਮੀਰਾਂ ਦੇ ਵਿੱਚ ਆ ਗਏ। ਕਰੋਨਾ ਦਾ ਤਾਂ ਫਾਇਦਾ ਹੀ ਬੜਾ ਹੋਇਆ ਸਰਮਾਏਦਾਰਾਂ ਨੂੰ, ਕਾਰਪੋਰੇਟਾਂ ਨੂੰ, ਪਰ ਲੋਕ ਲੁੱਟੇ ਗਏ। ਬਹੁਤ ਬੜਾ ਸਕੈਮ ਸੀਗਾ। ਹੁਣ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਆਂਗਾ, ਕਿਉਂਕਿ ਤੁਸੀਂ ਡਾਕਟਰ ਆਜ਼ਾਦ ਦਾ ਨਾਂ ਲਿਆ, ਅਤੇ ਵਿਸ਼ਵਾਮਿੱਤਰ ਜੀ ਦਾ ਵੀ ਨਾਂ ਲਿਆ, ਵਿਸ਼ਵਰੂਪ ਚੌਧਰੀ। ਅਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਕੁਛ ਗੱਲਾਂ ਨੇ ਜਿਹੜੀਆਂ ਆਜ਼ਾਦ ਜੀ ਔਰ ਵਿਸ਼ਵਰੂਪ ਚੌਧਰੀ ਜੀ, ਸ਼ਾਇਦ ਮੈਨੂੰ ਨਹੀਂ ਪਤਾ ਉਹ ਸਮਝਦੇ ਨੇ ਕਿ ਨਹੀਂ ਸਮਝਦੇ ਨੇ, ਪਰ ਉਹ ਕੁਛ ਗੱਲਾਂ ਉਹਨਾਂ ਨੇ ਗਲਤ ਕੀਤੀਆਂ। ਕਰੋਨਾ ਸੱਚੀ ਮੁੱਚੀ ਦੀ ਬਿਮਾਰੀ ਸੀ। ਕਰੋਨਾ ਨਾਂ ਦਾ ਵਾਇਰਸ ਹੁੰਦਾ ਹੈ।
ਡੇਵਿਡ ਟੋਰਲ ਨੇ ਇੰਗਲੈਂਡ ਵਿੱਚ, ਲੰਡਨ ਵਿੱਚ, ਤੇ ਡੋਰੋਥੀ ਹੈਮਰੇ ਨੇ ਸ਼ਿਕਾਗੋ ਵਿੱਚ ਇਹਦੀ ਖੋਜ ਕੀਤੀ ਸੀ। ਬਾਅਦ ਵਿੱਚ ਇਹਦਾ ਨਾਂ ਪਿਆ ਕਰੋਨਾ। ਉਹ ਅਲਮੀਡਾ ਜੂਨ ਨੇ ਰੱਖਿਆ, ਉਹ ਵੀ ਅਮਰੀਕਨ ਸਿਟੀਜ਼ਨ ਸੀ। ਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਇੰਟਿਸਟ ਨੇ ਇਹਨਾਂ ਦੀ ਖੋਜ ਕੀਤੀ ਔਰ ਇਹਨਾਂ ਹਾਰਮਲੈਸ ਵਾਇਰਸ ਸੀਗਾ ਕਿ ਉਹ ਆਪਣੇ ਸਟੂਡੈਂਟਸ ਨੂੰ ਕਹਿੰਦੇ ਰਹੇ ਆ ਤਲੀ ਤੇ ਰੱਖ ਕੇ ਇਹਦੀ ਕਲਚਰ ਕਿ ਸੁੰਘ ਲਓ, ਸੁੰਘ ਕੇ ਹਲਕਾ ਜਿਹਾ ਜ਼ੁਕਾਮ ਹੁੰਦਾ ਸੀ। ਹੁਣ ਇਹ ਹਲਕਾ ਜਿਹਾ ਜ਼ੁਕਾਮ ਵਾਲਾ ਵਾਇਰਸ ਇੰਨਾ ਖਤਰਨਾਕ ਕਿਵੇਂ ਹੋ ਗਿਆ? ਇੰਨਾ ਖਤਰਨਾਕ ਹੋਣ ਵਾਸਤੇ ਸਾਨੂੰ ਕੁਝ ਸਮਝਣਾ ਪਏਗਾ, ਕਿਉਂਕਿ ਹਾਈਬ੍ਰਿਡ ਫਸਲਾਂ ਆ ਰਹੀਆਂ ਨੇ, ਜ਼ਹਿਰੀਲੀ ਖੇਤੀ ਸ਼ੁਰੂ ਹੋ ਗਈ ਹੈ। ਜਿੰਨੀਆਂ ਵੀ ਕੰਪਨੀਆਂ ਵਰਲਡ ਵਾਰ ਦੇ ਵਿੱਚ ਹਥਿਆਰ ਤਿਆਰ ਕਰਦੀਆਂ ਸੀ, ਬਰੂਦ ਤਿਆਰ ਕਰਦੀਆਂ ਸੀ, ਸਾਰੀਆਂ ਹੁਣ ਪੈਸਟੀਸਾਈਡ ਤੇ ਇਨਸੈਕਟੀਸਾਈਡ ਤਿਆਰ ਕਰਦੀਆਂ ਨੇ। ਉਹਨਾਂ ਦੇ ਇਨਸੈਕਟੀਸਾਈਡ, ਪੈਸਟੀਸਾਈਡਾਂ ਦੀ ਬਦੌਲਤ ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀਆਂ ਖੁੱਲ੍ਹ ਗਈਆਂ, ਇਹਨਾਂ ਨੇ ਹਰੀ ਕ੍ਰਾਂਤੀ ਦੇ ਨਾਂ ਤੇ ਜੋ ਗੰਦ ਪਾਇਆ ਔਰ ਹਾਈਬ੍ਰਿਡ ਕਿਸਮਾਂ ਦਿੱਤੀਆਂ, ਸਾਡਾ DNA ਬਦਲ ਗਿਆ। ਫਿਰ GM ਫੂਡ ਆ ਗਏ। ਹੁਣ ਥੋੜ੍ਹੇ ਦਿਨ ਪਹਿਲਾਂ ਸਰਸੋਂ ਆ ਗਈ, ਮਨਜ਼ੂਰ ਕਰਤੀ ਸਾਡੀ ਸਰਕਾਰ ਨੇ, GM ਸਰਸੋਂ ਹੈ। ਉਹਦਾ ਤਾਂ ਤੇਲ ਖਾਂਦੇ ਹਾਂ ਅਸੀਂ, ਸਾਡਾ DNA ਹੋਰ ਚੇਂਜ ਹੋਏਗਾ ਹੈ। ਉਹਦੇ ਨਾਲ ਜਿਹੜੀਆਂ ਬਿਮਾਰੀਆਂ ਕੱਲ੍ਹ ਤੱਕ ਸਾਨੂੰ ਅਟੈਕ ਨਹੀਂ ਸੀ ਕਰਦੀਆਂ, ਹੁਣ ਕਰਦੀਆਂ ਨੇ। ਕਰੋਨਾ ਵੀ ਇੰਨੇ ਭਿਆਨਕ ਰੂਪ 'ਚ ਜਿਹੜਾ ਅਟੈਕ ਕੀਤਾ ਜਿਹੜਾ ਕਰੋਨਾ ਨੇ, ਉਹ ਵੀ ਇਹਨਾਂ ਹਾਈਬ੍ਰਿਡ ਨਸਲਾਂ ਕਰਕੇ ਤੇ ਇਹਨਾਂ GM ਫਸਲਾਂ ਦੇ ਕਰਕੇ ਉਹਨੇ ਇੰਨਾ ਭਿਆਨਕ ਰੂਪ ਲਿਆ। ਇਹਦੇ ਉੱਤੇ ਕੋਈ ਨਹੀਂ ਬੋਲਦਾ, ਕੋਈ ਚਰਚਾ ਨਹੀਂ ਕਰਦਾ। ਦੂਜਾ, ਤੁਸੀਂ ਕਹੋਗੇ ਕਿ ਕਰੋਨਾ 'ਚ ਮੌਤਾਂ ਕਿਵੇਂ ਹੋਈਆਂ, ਉਹਦੇ ਮੈਂ ਤੁਹਾਨੂੰ ਜਾਣਕਾਰੀ ਦੇ ਦੇਣਾ। ਕਰੋਨਾ ਹੁੰਦਾ ਕੀ ਆ? ਕਰੋਨਾ ਹੁੰਦੀ ਆ ਸਾਹ ਨਲੀ ਦੇ ਵਿੱਚ ਜ਼ਖਮ ਹੋ ਜਾਂਦੇ ਆ, ਜ਼ਖਮ ਹੋ ਗਏ ਤੇ ਬਲਗਮ ਭਰ ਗਈ। ਜਦੋਂ ਬਲਗਮ ਭਰ ਗਈ ਤੇ ਅੰਦਰ ਹਵਾ ਤੇ ਜਾ ਨਹੀਂ ਰਹੀ, ਫਿਰ ਫੇਫੜਿਆਂ 'ਚ ਪਸ ਭਰ ਜਾਂਦੀ ਆ। ਪਸ ਭਰਨ ਦੇ ਨਾਲ ਜਿਹੜੀ ਮਾੜੀ ਮੋਟੀ ਹਵਾ ਅੰਦਰ ਗਈ ਉਹ ਉਹਨਾਂ ਨੇ ਅਬਜ਼ਾਰਵ ਨਹੀਂ ਕਰਨੀ। ਬੰਦੇ ਦਾ ਇੱਕ ਸਾਹ ਵਾਸਤੇ ਬੰਦਾ ਤੜਪਦਾ ਹੈ ਔਰ ਉਹਦੇ ਆਕਸੀਜਨ ਲੈਵਲ ਇੰਨਾ ਕ੍ਰਿਟੀਕਲੀ ਲੋ ਚਲਾ ਜਾਂਦਾ ਕਿ ਮਾੜਾ ਜਿਹਾ ਵੀ ਲੋ ਹੋ ਗਿਆ ਤੇ ਬੰਦਾ ਮਰ ਗਿਆ। ਸਾਨੂੰ ਕਹਿਣਾ ਚਾਹੀਦਾ ਸੀ ਕਿ ਤੁਸੀਂ ਲੰਬੇ ਸਾਹ ਲੈ, ਥੋੜ੍ਹਾ ਜਿਹਾ ਮੂੰਹ ਖੋਲ੍ਹ ਕੇ ਸਾਹ ਲੈ ਹੈ। ਅਸੀਂ ਕੀ ਕੀਤਾ? ਉਲਟਾ ਉਹਦੇ ਮੂੰਹ 'ਤੇ ਮਾਸਕ ਲਾਤਾ, ਜਿਹੜੀ ਮਾੜੀ ਮੋਟੀ ਹਵਾ ਜਾਂਦੀ ਸੀ ਉਹ ਵੀ ਗਈ। ਬੰਦਾ 5 ਮਿੰਟਾਂ 'ਚ ਗਿਆ, ਤੜਫ ਕੇ ਹੋ ਗਿਆ ਮੌਤ ਦੇ ਮੂੰਹ। ਅਸੀਂ ਕਰੋੜਾਂ ਲੋਕਾਂ ਨੂੰ, ਕਿਉਂਕਿ ਹੁਣ WHO ਦਾ ਅੰਕੜਾ 2 ਕਰੋੜ ਦੇ ਆਸ-ਪਾਸ ਚਲਾ ਗਿਆ, ਤੇ ਮੈਂ ਅਜੇ ਵੀ ਮੇਰਾ ਇਹ ਬਿਲੀਫ ਹੈ ਅੱਜ ਤੋਂ 15-20 ਸਾਲ ਬਾਅਦ ਇਹ ਅੰਕੜਾ 5 ਕਰੋੜ ਤੋਂ ਕ੍ਰਾਸ ਕਰਨ ਵਾਲਾ। ਇਹ 5 ਕਰੋੜ ਨਾ ਵੀ ਮੰਨੋ, ਚਲੋ 2 ਕਰੋੜ ਵੀ ਨਾ ਮੰਨੋ, ਹੁਣ ਸਰਕਾਰੀ ਜਿਹੜਾ ਇੰਟਰਨੈਸ਼ਨਲ ਅੰਕੜਾ 70 ਲੱਖ ਦੇ ਕਰੀਬ ਹੈ। 70 ਲੱਖ ਵੀ ਜੇ ਅਸੀਂ ਮੰਨ ਲਈਏ, 70 ਲੱਖ ਬੰਦੇ ਮਾਰ ਦਿੱਤੇ ਇਹਨਾਂ ਨੇ, ਤੜਫਾ ਕੇ, ਸਾਹ ਕੁੱਟ ਕੇ ਮਾਰ ਦਿੱਤੇ। ਇਹ WHO ਤਾਂ ਇੱਕ ਕਾਤਲਾਂ ਦੀ ਏਜੰਸੀ ਹੈ। ਇਹਦੇ ਹੱਥ ਇਹਨਾਂ ਮਾਸੂਮਾਂ ਦੇ ਖੂਨ ਦੇ ਵਿੱਚ ਰੰਗੇ ਹੋਏ ਨੇ। ਮੈਨੂੰ ਅੱਜ ਤੱਕ ਇਹ ਦੱਸ ਦਿਓ ਵੀ ਉਹ ਕਿਹੜੀ ਕਮੇਟੀ ਸੀ ਜਿਹਨੇ ਇਹ ਕਿਹਾ ਸੀ ਕਿ ਮਰੀਜ਼ਾਂ ਦੇ ਮੂੰਹਾਂ 'ਤੇ ਮਾਸਕ ਲਗਾਓ। ਮਾਸਕ ਲਗਾਉਣੇ ਸੀ ਤੇ ਤੰਦਰੁਸਤ ਬੰਦਿਆਂ ਦੇ ਮੂੰਹਾਂ 'ਤੇ ਲਗਾਉਂਦੇ ਨਾ, ਉਹਨਾਂ ਨੂੰ ਤੁਸੀਂ ਇਨਫੈਕਸ਼ਨ ਤੋਂ ਬਚਾਉਣਾ ਸੀ। ਫਿਰ ਹਸਪੀਟਲ ਦੇ ਵਿੱਚ ਮਰੀਜ਼ ਪਿਆ, ਉੱਥੇ ਸਾਰੇ ਹੀ ਕਰੋਨਾ ਦੇ ਮਰੀਜ਼ ਨੇ। ਤੁਸੀਂ ਕਿਹਦੇ ਕੋ ਬਚਾ ਰਹੇ ਹੋ ਹੈ? ਡਾਕਟਰ ਤਾਂ PPE ਕਿੱਟ 'ਚ ਆ ਰਿਹਾ। ਫਿਰ ਦੂਜੀ ਪਾਸੇ ਜਿਹੜਾ ਉਹਦਾ ਕਮਰਾ ਹੈ, ਵਾਰਡ ਹੈ, ਉਹਦੇ ਵਿੱਚ ਤਾਂ ਵਾਇਰਸ ਦੀ ਕੰਸੈਂਟਰੇਸ਼ਨ ਰਹਿਣੀ ਹੈ, ਕਿਉਂਕਿ ਕਿਸੇ ਨਾ ਕਿਸੇ ਮਰੀਜ਼ ਨੇ ਕਦੀ ਚਾਹ ਪੀਣੀ ਹੈ, ਕਦੀ ਉਹਨੇ ਪਾਣੀ ਪੀਣਾ, ਕਦੀ ਉਹਨੇ ਦਵਾਈ ਖਾਣੀ ਹੈ, ਕਦੀ ਉਹਨੇ ਰੋਟੀ ਖਾਣੀ ਹੈ। ਉਹ ਕੰਸੈਂਟਰੇਸ਼ਨ ਤਾਂ ਪੂਰੀ ਹੋ ਹੀ ਜਾਣੀ ਹੈ। ਫਿਰ ਮਰੀਜ਼ਾਂ ਦੇ ਮੂੰਹ 'ਤੇ ਮਾਸਕ ਕਿਹੜੇ ਬੇਵਕੂਫ ਨੇ ਕਿਹਾ ਸੀ? ਕਿਹੜੀ ਕਮੇਟੀ ਆ? ਉਹ ਕਾਤਲਾਂ ਦੀ ਕਿਹੜਾ ਚਿਹਰੇ ਨੇ? ਉਹਨੂੰ ਨੰਗੇ ਕਰੋ। ਅਗਰ ਉਹ WHO ਦੀ ਕਮੇਟੀ ਆ, ICMR ਦੀ ਕਮੇਟੀ ਆ, BMRC ਦੀ ਕਮੇਟੀ ਆ, ਕਿਹੜੀ ਕਮੇਟੀ ਆ? ਲੋਕਾਂ ਦੇ ਸਾਹਮਣੇ ਲਿਆਓ। ਇਹ ਕਾਤਲਾਂ ਦਾ ਲੋਕਾਂ ਨੂੰ ਪਤਾ ਚੱਲੇ, ਹਿਟਲਰ ਤੋਂ ਵੱਡੇ ਕਾਤਲ ਨੇ। ਇਹਨਾਂ ਨੇ 5 ਕਰੋੜ ਤੋਂ ਵੱਧ ਬੰਦੇ ਮਾਰੇ ਆ। ਹੁਣ ਦੂਜੇ ਪਾਸੇ ਗੱਲ ਸੁਣੋ, ਦਵਾਈਆਂ ਆ ਗਈਆਂ ਜੀ, ਫੈਵੀਪੀਰਾਵੀਰ, ਰੈਮਡੇਸਿਵੀਰ ਜ਼ੀਕਾ ਵਾਇਰਸ ਦੀ ਦਵਾਈ ਆ, ਫੈਵੀਪੀਰਾਵੀਰ ਉਹਦੀ ਆ ਇਨਫਲੂਐਂਜਾ ਦੀ, ਫਿਰ ਉਹ ਹਾਈਡਰੋਕਸੀ ਕਲੋਰੋਕਵੀਨ ਆ ਗਈ, ਫਿਰ ਹੋਰ ਦਵਾਈਆਂ ਆ ਗਈਆਂ। ਖੁਦ WHO ਨੇ ਮੰਨਿਆ ਕਿ ਇਹਨਾਂ ਦਵਾਈਆਂ ਦਾ ਕੋਈ ਪ੍ਰਭਾਵ ਨਹੀਂ ਹੈ, ਨਾ ਮੌਤਾਂ ਰੋਕਣ 'ਚ, ਨਾ ਬਿਮਾਰੀ ਦੀ ਸਵੈਰਿਟੀ ਰੋਕਣ ਦੇ ਵਿੱਚ। ਸੌਮਿਆ ਸਵਾਮੀਨਾਥਨ ਨੇ 12 ਅਕਤੂਬਰ 2020 ਨੂੰ ਪ੍ਰੈਸ ਕਾਨਫਰੰਸ ਕਰਕੇ ਜਿਨੇਵਾ ਦੇ ਵਿੱਚ ਇਹ ਦੱਸਿਆ। ਬਾਅਦ 'ਚ ਉਹਨੇ ਫਿਰ ਪ੍ਰੈਸ ਕਾਨਫਰੰਸ ਕੀਤੀ 12 ਅਪ੍ਰੈਲ 2021 ਨੂੰ। ਉਹਨੇ ਦੱਸਿਆ ਕਿ ਇਹਨਾਂ ਦਵਾਈਆਂ ਦੇ ਕੋਈ ਫਾਇਦੇ ਨਹੀਂ ਹੋ ਰਹੇ। ਹੁਣ ਮੈਡੀਕਲ ਸਾਇੰਸ ਦਾ ਇੱਕ ਸਿਧਾਂਤ ਆ, ਦੇयर इज नॉट ए पिल फॉर एवरी इल बट एवरी पिल इज एन इल, ਯਾਨੀ ਕਿ ਹਰ ਦਵਾਈ ਦੇ ਦੁਸ਼ਪ੍ਰਭਾਵ ਹੁੰਦੇ ਨੇ, ਸਾਈਡ ਇਫੈਕਟ ਹੁੰਦੇ ਨੇ। ਹੁਣ ਜਿਹੜਾ ਮਰੀਜ਼ ਜ਼ਿੰਦਗੀ ਮੌਤ 'ਚ ਝੂਲ ਰਿਹਾ, ਉਹਨੂੰ ਅਸੀਂ ਦਵਾਈ ਦੇ ਦਿੱਤੀ ਰੈਮਡੇਸਿਵੀਰ ਵਰਗੀ ਬੜੀ ਸਟਰੋਂਗ। ਉਹਨੇ ਫਾਇਦਾ ਤੇ WHO ਦੇ ਮੁਤਾਬਕ ਕੁਛ ਕੀਤਾ ਨਹੀਂ, ਪਰ ਸਾਈਡ ਇਫੈਕਟ ਤਾਂ ਮਾਰਿਆ ਨਾ। ਜਿਹਨੇ ਉਹਨੇ ਬਚਣਾ ਸੀ ਉਹ ਵੀ ਗਿਆ ਮੌਤ ਦੇ ਮੂੰਹ 'ਚ। ਯਾਨੀ ਕਿ ਸਰਕਾਰਾਂ ਨੇ ਰਲ ਮਿਲ ਕੇ, WHO ਦੇ ਨਾਲ ਮਿਲ ਕੇ, ICMR ਵਰਗੀਆਂ ਸੰਸਥਾਵਾਂ ਨਾਲ ਮਿਲ ਕੇ ਬੰਦੇ ਮਾਰੇ, ਦਹਿਸ਼ਤ ਪਾਈ, ਲੋਕਾਂ ਦੀਆਂ ਵੈਕਸੀਨਾਂ ਵੇਚੀਆਂ ਔਰ ਇਹ ਵੈਕਸੀਨਾਂ ਜਿਹੜੀਆਂ ਵੇਚੀਆਂ ਇਹਨਾਂ ਨੇ, ਉਹਦੇ ਨਾਲ ਦੁਨੀਆ 'ਤੇ ਕਹਿਰ ਕਮਾਇਆ ਗਿਆ।
ਬਾਕੀ ਇਹ ਕਿੱਡਾ ਬੜਾ ਗੱਲ ਸੀਗਾ, ਦਵਾਈਆਂ ਦੀਆਂ ਖੋਜਾਂ ਤੇ ਸਾਰੀ ਦੁਨੀਆ ਤੇ ਗਰੀਬ ਸਾਇੰਟਿਸਟਾਂ ਨੇ ਕੀਤੀਆਂ, ਔਰ ਗਰੀਬ ਸਾਇੰਟਿਸਟਾਂ ਨੇ ਖੋਜਾਂ ਕੀਤੀਆਂ ਮਿਡਲ ਕਲਾਸ ਫੈਮਲੀਆਂ 'ਚੋਂ। ਉਹਦੇ ਬਾਰੇ ਤੁਹਾਨੂੰ ਬਾਪੂ ਜੀ ਦੱਸਣਗੇ ਕਿ ਸਾਇੰਟਿਸਟ ਵਿਚਾਰੇ ਕਿਹੜੇ ਕਿਹੜੇ ਹਾਲਾਤਾਂ 'ਚ ਆਏ ਤੇ ਉਹਨਾਂ ਨੇ ਖੋਜਾਂ ਕੀਤੀਆਂ, ਇਹ ਜ਼ਿਆਦਾ ਦੱਸਣਗੇ। ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਵੀ ਗਰੀਬ ਪਰਿਵਾਰਾਂ ਦੇ ਜਿਹੜੇ ਵਿਗਿਆਨਕ ਬਣੇ ਤੇ ਉਹਨਾਂ ਨੇ ਵੱਡੀ ਗਿਣਤੀ 'ਚ ਜਿਹੜੀ ਆਬਾਦੀ ਹੈ ਜਾਂ ਲੋਕਾਂ ਨੂੰ ਬਚਾਇਆ, ਕੀ ਕਹਿਣਾ ਚਾਹੋਗੇ? ਨਹੀਂ ਵੇਖੋ ਨਾ, ਜਿੰਨੇ ਵਿਗਿਆਨਕ ਹੋਏ, ਜਿਨ੍ਹਾਂ ਨੇ ਚਿੰਤਨ ਵਾਲੇ ਬੰਦੇ, ਪੜ੍ਹੇ ਨਹੀਂ ਸੀ ਬਹੁਤੇ, ਉਹ ਲੈਬ ਦੇ ਵਿੱਚ ਕੋਈ ਅਸਿਸਟੈਂਟ ਹੈ, ਕੋਈ ਮੱਝਾਂ ਗਾਵਾਂ ਪਾਲ ਰਿਹਾ, ਇਸ ਤਰ੍ਹਾਂ ਦੇ ਬੰਦੇ, ਤੇ ਉਹਨਾਂ ਨੇ ਜਿਹੜਾ ਖਿਆਲ ਜਦੋਂ ਆਇਆ, ਉਹ ਖਿਆਲ 5-7 ਸਕਿੰਟਾਂ ਦਾ ਹੀ ਸੀ। 5-7 ਸਕਿੰਟਾਂ ਦੀ ਉਹਨਾਂ ਦੀ ਖੋਜ ਪੂਰੀ ਹੋ ਗਈ। ਇਹਨਾਂ ਨੇ ਵੱਡਾ ਲੈਬੋਰਟਰੀ ਸਿਸਟਮ ਸ਼ੁਰੂ ਕਰਕੇ, ਕਾਰਪੋਰੇਟ ਸੈਕਟਰ ਸ਼ੁਰੂ ਕਰਕੇ, ਪੈਸੇ ਲਾ ਕੇ ਉਹਦੀ ਚੀਜ਼ ਨੂੰ ਆਪਦੇ ਅਧੀਨ ਕਰ ਲਿਆ ਵੀ ਤੁਸੀਂ ਸਾਡੇ ਕੋਲੇ ਆ, ਇਹਦਾ ਪੇਟੈਂਟ ਰਾਈਟ ਸਾਡੇ ਕੋਲੇ ਹੋਵੇ, ਖੋਜ ਤੇਰੀ ਹੈ, ਪੇਟੈਂਟ ਰਾਈਟ ਸਾਡਾ ਹੋ, ਤੂੰ ਵੈਸੇ ਸਾਡਾ ਨੌਕਰ ਹੈ ਤੇ ਤੈਨੂੰ ਥੋੜ੍ਹੀ ਜਿਹੀ ਤਨਖਾਹ ਦੇ ਦੇਂਗੇ, ਜਿੰਨਾ ਚੱਕਰ ਤੂੰ ਜਿਉਣਾ ਹੈ, ਉਸ ਤੋਂ ਬਾਅਦ ਸਾਡਾ ਸਾਰੀ ਉਮਰ। ਤੇ ਬੰਦਿਆਂ ਨੂੰ ਉਸੇ ਬਿਮਾਰੀਆਂ ਦੀਆਂ ਦਵਾਈਆਂ ਹੁਣ ਤੱਕ ਲਗਾਤਾਰ ਵੇਚਦੇ ਆ ਰਹੇ ਨਾ, ਤੇ ਪ੍ਰੋਫਿਟ ਤਾਂ ਇਹਨਾਂ ਦੇ ਕੋਲੇ ਹੀ ਹੈ। ਇਹਨਾਂ ਲਈ ਤਾਂ ਦਿੱਲੀ ਦਾ ਸਿੱਕਾ ਟੁੱਟਿਆ ਭਾਗਾਂ ਨੂੰ, ਜਿੰਨੇ ਵੱਧ ਬਿਮਾਰ ਉਨਾ ਹੀ ਵੱਧ ਨਫਾ। ਅਕਸਰ ਤੁਸੀਂ ਡਾਕਟਰਾਂ ਨੂੰ ਸੁਣਿਆ ਨਾ, ਜਿਹੜਾ ਜਦੋਂ ਕੋਈ ਬਿਮਾਰੀ ਵੱਧ ਜਾਂਦੀ ਹੈ, ਉਹ ਕੀ ਆਖਦੇ ਹੁੰਦੇ ਆ, ਐਤਕੀ ਬੜਾ ਸੀਜ਼ਨ ਲੱਗਿਆ। ਮੌਤਾਂ ਵੀ ਸੀਜ਼ਨ ਹੈ, ਕਮਾਲ ਨਹੀਂ, ਪਹਿਲੀ ਦਫਾ ਵੇਖਿਆ ਵੀ ਮੌਤਾਂ ਵੀ ਸੀਜ਼ਨ ਹੈ। ਤੇ ਕਿਉਂਕਿ ਸੀਜ਼ਨ ਹੈਗਾ, ਨਫਾ ਹੈ। ਦਵਾਈ 5 ਰੁਪਈਆਂ ਦੀ ਨਹੀਂ ਹੁੰਦੀ, ਵੇਚੀ 500 ਦੀ ਜਾਂਦੀ ਆ। ਦਵਾਈ 10 ਦੀ ਨਹੀਂ ਹੁੰਦੀ, ਵੇਚੀ 1000 ਰੁਪਏ ਦੀ ਜਾਂਦੀ ਆ। ਤੇ ਅਸੀਂ ਕਿਉਂਕਿ ਉਸ ਵਕਤ ਬਿਮਾਰ ਹੋਏ ਆ, ਤੇ ਸਾਨੂੰ ਕਹਿੰਦੀ ਦਵਾਈ ਛੇਤੀ ਦਵਾਓ, ਤੇ ਅਸੀਂ ਬਚ ਗਏ। ਕਿ ਬਿਮਾਰੀ ਦੇ ਵਿੱਚ ਪੀੜ ਵੀ ਹੁੰਦੀ ਹੈ, ਭੈ ਵੀ ਹੁੰਦਾ, ਦਰਦ ਵੀ ਹੁੰਦਾ। ਅਸੀਂ ਛੇਤੀ ਬਚਣਾ ਵੀ ਚਾਹੁੰਦੇ ਹਾਂ, ਮਰਨਾ ਤਾਂ ਕੋਈ ਨਹੀਂ ਚਾਹੁੰਦਾ। ਇਸ ਕਰਕੇ ਸਾਡੇ ਇਸ ਭੈ ਨੂੰ, ਜਿਹੜਾ ਕਿ ਕੁਦਰਤੀ ਭੈ ਹੈ, ਉਹਦਾ ਇਹ ਸ਼ੋਸ਼ਣ ਕਰਦੇ ਆ। ਤੇ ਵੱਡੀਆਂ ਮਹਿੰਗੀਆਂ ਦਵਾਈਆਂ, ਸਾਲਟ ਇੱਕੋ ਹੀ ਆ, ਹੁਣ ਵੀ ਵੇਖ ਲਓ, ਇੱਕੋ ਹੀ ਸਾਲਟ ਦੀਆਂ ਦਵਾਈਆਂ, ਇੱਕ 5 ਰੁਪਏ 'ਚ ਹੈ, ਦੂਜੀ 50 ਰੁਪਏ 'ਚ ਹੈ। ਸਰ, ਜਿਵੇਂ ਤੁਸੀਂ ਇਹ ਗੱਲਬਾਤ ਕਰ ਰਹੇ ਹੋਗੇ, ਗਰੀਬ ਪਰਿਵਾਰਾਂ ਦੀ ਤੁਸੀਂ ਗੱਲ ਕਰੀ ਵੀ ਜ਼ਿਆਦਾ ਵਿਗਿਆਨਕ ਜਿਹੜੇ ਨੇ ਉਹ ਗਰੀਬ ਪਰਿਵਾਰਾਂ ਦੇ ਵਿੱਚੋਂ ਹੋਏ ਨੇ। ਇੱਥੇ ਪਿੱਛੇ ਆਪਣੇ ਸਾਡੇ ਨੇੜੇ ਹੀ ਹੈ ਐਡੀਸਨ ਲੈਬ। ਮਿਸਟਰ ਐਡੀਸਨ ਜਿਹੜੇ ਉੱਥੋਂ ਦੇ ਸੰਚਾਲਕ ਨੇ ਲੈਬ ਦੇ, ਉਹਨਾਂ ਦੇ ਦੱਸਣ ਮੁਤਾਬਕ ਚਾਹੇ ਉਹ ਮੈਰੀ ਕਿਊਰੀ ਸਨ ਜਾਂ ਐਡੀਸਨ ਸਾਹਿਬ ਸਨ, ਜਿਹੜੇ ਦੁਨੀਆ ਨੂੰ ਰੁਸ਼ਨਾ ਗਏ, ਅੱਜ ਉਹਨਾਂ ਦੀ ਖੋਜ ਤੋਂ ਬਿਨਾਂ ਕਹਿੰਦੇ ਇੱਕ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਇਨਸਾਨ ਨੂੰ। ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸੱਚਾਈ ਹੈ ਵੀ ਕਾਫੀ ਵੱਡੀ ਗਿਣਤੀ ਹੈ ਵਿਗਿਆਨਕਾਂ ਦੀ ਜਿਹੜੇ ਅਨਪੜ੍ਹ ਸਨ? ਬਿਲਕੁਲ ਹੀ ਵੱਡੀ ਗਿਣਤੀ ਹੀ ਉਹਨਾਂ ਦੀ ਹੈ। ਯੂਨੀਵਰਸਿਟੀਆਂ 'ਚ ਪੈਦਾ ਹੋਏ ਵਿਗਿਆਨਕਾਂ ਨੇ ਕੋਈ ਖੋਜ ਨਹੀਂ ਕੀਤੀ। ਉਹ ਐਟਮ ਬੰਬ ਦੀ ਵਰਤੋਂ ਤਾਂ ਕਰਵਾ ਸਕਦੇ ਆ, ਖੋਜ ਨਹੀਂ ਕੀਤੀ ਮਨੁੱਖਤਾ ਦੇ ਭਲੇ ਲਈ। ਕੱਕੜਵਾਲ ਪਿੰਡ ਹੈ ਧੂਰੀ ਕੋਲੇ, ਤੁਸੀਂ ਉਹਦੀ ਲੈਬੋਰਟਰੀ ਵੇਖੋ, ਸਰਦਾਰ ਜੈ ਸਿੰਘ ਨੇ, ਠੀਕ ਹੈ, ਉੱਥੇ ਪਤਾ ਲੱਗਦਾ ਨਾ ਵੀ ਉਹਨਾਂ ਕੋਲੇ ਤਾਂ ਇੰਨੇ ਆਪਦੇ ਕੰਮ 'ਚੋਂ ਮਸਤ ਹੁੰਦੇ ਸੀ, ਸਿਰ 'ਤੇ ਕੰਘਾ ਕਰਨ ਨੂੰ ਸਮਾਂ ਨਹੀਂ ਹੁੰਦਾ ਸੀ ਉਹਨਾਂ ਕੋਲੇ, ਪਰ ਖੋਜਾਂ ਕਰਦੇ ਸੀ, ਮਨੁੱਖ ਦੇ ਭਲੇ ਦੀ ਗੱਲ ਕਰਦੇ ਸੀਗੇ। ਤੇ ਜਿੰਨਾ ਇਹ ਪੈਸੇ ਲਾ ਰਹੇ ਨੇ, ਖੋਜ ਘੱਟ ਤੇ ਖੁਰਾ ਖੋਜ ਮਟਾਉਣ ਲਈ ਕੰਮ ਵੱਧ ਕਰਦੇ ਨੇ। ਖੋਜਾਂ ਨਹੀਂ ਕਰਦੇ, ਮਨੁੱਖਤਾ ਦਾ ਖੁਰਾ ਖੋਜ ਮਟਾਉਣ ਲਈ ਇਹ ਕਰਤੂਤਾਂ ਕਰਦੇ ਨੇ ਇਹ, ਔਰ ਹੋ ਰਹੀਆਂ, ਲਗਾਤਾਰ ਹੋ ਰਹੀਆਂ। ਔਲਖ ਸਾਹਿਬ, ਚੱਲਦੇ ਤੁਸੀਂ ਕੀ ਕਹਿਣਾ ਚਾਹੋਗੇ? ਜਿਵੇਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਰੋਨਾ ਜਿਹੜਾ, ਜਿਵੇਂ ਕੰਪਨੀਆਂ, ਜਿਵੇਂ ਤੁਸੀਂ ਦੱਸ ਰਹੇ ਹੋ ਵੀ ਕੰਪਨੀਆਂ ਮੁਤਾਬਕ ਕਰੋਨਾ ਕਾਫੀ ਜਿਹੜਾ ਗੰਭੀਰ ਹੈ, ਬੜੀ ਖਤਰਨਾਕ ਬਿਮਾਰੀ ਹੈ, ਇਹ ਖਤਰਨਾਕ ਸਟੇਜ ਤੋਂ ਥੱਲੇ ਕਦੋਂ ਕੁ ਤੱਕ ਆ ਜਾਏਗੀ? ਨਹੀਂ, ਕਰੋਨਾ ਖਤਰਨਾਕ ਨਹੀਂ ਹੈ। ਮੈਂ ਜਿਹੜੀ ਤੁਹਾਨੂੰ ਗੱਲ ਕਹਿਣੀ, ਤੁਸੀਂ ਫਿਰ ਵੀ ਗੱਲ ਨੂੰ ਸਮਝੇ ਨਹੀਂ। ਮੈਂ ਕਹਿੰਦਾ ਜੇ ਇਹਨਾਂ ਨੇ ਮਾਸਕ ਨਾਲ ਲਵਾਏ ਹੁੰਦੇ ਤਾਂ ਮੌਤਾਂ ਨਹੀਂ ਸੀ ਹੋਣੀਆਂ। ਜੇ ਇਹਨਾਂ ਰੈਮਡੇਸਿਵਿਰ ਵਰਗੀਆਂ ਦਵਾਈਆਂ ਨਾਲ ਲਾਈਆਂ ਹੁੰਦੀਆਂ ਤਾਂ ਮੌਤਾਂ ਨਹੀਂ ਸੀ ਹੋਣੀਆਂ। ਫਿਰ ਇਹਨਾਂ ਦੀਆਂ ਵੈਕਸੀਨਾਂ ਵੀ ਨਹੀਂ ਸੀ ਵਿਕਣੀਆਂ, ਕਾਰਪੋਰੇਟਾਂ ਦੇ ਘਰ ਨਹੀਂ ਸੀ ਭਰਨੇ। ਦੂਜੀ ਗੱਲ, ਮੈਂ ਇੱਕ ਸਾਇੰਟਿਸਟ ਹਾਂ, ਸਾਨੂੰ ਸੱਚ ਬੋਲਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੈਂ ਜਿੰਨੀਆਂ ਵੀ ਗੱਲਾਂ ਤੁਹਾਡੇ ਇੱਥੇ ਕੀਤੀਆਂ ਨੇ ਨਾ, ਹਰ ਗੱਲ ਨੂੰ ਮੈਂ ਡਾਕੂਮੈਂਟਰੀ ਪ੍ਰੂਵ ਕਰ ਸਕਦਾ। ਮੇਰੇ ਕੋਲ ਹਰ ਗੱਲ ਦਾ ਡਾਕੂਮੈਂਟ ਹੈ। ਮੇਰੇ ਕੋਲ ਇੱਕ ਇਹੋ ਜਿਹਾ ਡਾਕੂਮੈਂਟ ਆ ICMR ਦਾ, ਇੱਕ ਇਹੋ ਜਿਹਾ ਡਾਕੂਮੈਂਟ ਸਨਸਨੀਖੇਜ਼ ਡਾਕੂਮੈਂਟ ਆ। ਉਹਦੇ ਉੱਤੇ ਨਾ ਇੱਕ ਕੋਡ ਲੱਗਾ ਹੋਇਆ, ਉਹ ਕੋਡ ਇੱਕ ਪਾਸਵਰਡ ਹੈ, ਜਿਹੜਾ ICMR ਦੇ ਡਾਟਾਬੇਸ 'ਚ ਇੱਕ ਵੱਡਾ ਡਾਕੂਮੈਂਟ ਪਿਆ, ਉਹਦਾ ਪਾਸਵਰਡ ਹੈ। ਮੈਂ ਕਹਿੰਦਾ ਜੇ ਸਰਕਾਰ ਦੀ ਹਿੰਮਤ ਹੈ ਨਾ, ਉਹ ਡਾਕੂਮੈਂਟ ਨੂੰ ਪਬਲਿਕ ਕਰਕੇ ਦਿਖਾਏ। ਇਹ ਤਾਸ਼ ਦੇ ਪੱਤਿਆਂ ਵਾਂਗ ਢਹਿ ਜਾਣਗੇ, ਇਹ ਨੰਗੇ ਹੋ ਜਾਣਗੇ। ਦੂਜੀ ਗੱਲ ਇਹ ਹੈਗੀ ਆ, 5.5 ਲੱਖ ਬੰਦਾ ਸਰਕਾਰ ਦੇ ਰਿਕਾਰਡ ਮੁਤਾਬਕ ਮਰ ਗਿਆ ਕਰੋਨਾ ਦੇ ਵਿੱਚ ਹੈ, ਔਰ 3 ਲੱਖ ਗਊਆਂ ਮਰ ਗਈਆਂ। ਇਹ 3 ਲੱਖ ਗਊਆਂ ਬਚਾਈਆਂ ਜਾ ਸਕਦੀਆਂ ਸੀ, ਇਹ 5.5 ਲੱਖ ਬੰਦਾ ਬਚਾਇਆ ਜਾ ਸਕਦਾ ਸੀ। ਪਰ ਸਰਕਾਰ ਨੇ, ਕਿਉਂਕਿ ਕਾਰਪੋਰੇਟਾਂ ਦੀਆਂ ਤਿਜੋਰੀਆਂ ਭਰਨੀਆਂ ਸੀ, ਉਹਨਾਂ ਨੇ ਉਹ ਮਰਨ ਦਿੱਤੇ। ਮੇਰਾ ਤੇ ਸਰਕਾਰ ਨੂੰ ਓਪਨ ਚੈਲੰਜ ਆ, ਤੁਹਾਡੀਆਂ ਇੰਨੀਆਂ ਯੂਨੀਵਰਸਿਟੀਆਂ ਨੇ, ਕਰੀਬ 3 ਦਰਜਨ ਤਾਂ ਵੈਟਰਨਰੀ ਯੂਨੀਵਰਸਿਟੀਆਂ ਨੇ, 50 ਦੇ ਕਰੀਬ ਰਿਸਰਚ ਇੰਸਟੀਚਿਊਟ ਨੇ। ਅਗਰ ਤੁਹਾਡੀ ਜ਼ਰੂਰਤ ਹੈਗੀ ਆ, ਅਗਰ ਤੁਸੀਂ ਕਹਿੰਦੇ ਨਾ ਪੰਜਾਬੀ 'ਚ ਕਿਸੇ ਮਾਂ ਦੇ ਜਾਇਓ, ਤੇ ਮੇਰੀ ਦਵਾਈ ਤੇ ਟਰਾਇਲ ਲਗਾ ਕੇ ਦੇਖੋ, ਤੁਹਾਡੀ ਔਕਾਤ ਸਾਹਮਣੇ ਆ ਜਾਏਗੀ।
ਤੁਹਾਡੀ ਜਿਹੜੀ ਹਕੀਕਤ ਸਾਹਮਣੇ ਆ ਜਾਏਗੀ। ਨਹੀਂ ਤਾਂ ਜਿਹੜਾ ਮੇਰਾ ਉਹ ਡਾਕੂਮੈਂਟ ਹੈ ਨਾ, ਜਿਹੜਾ ਮੇਰੇ ਕੋਲ ਪਿਆ ICMR ਦਾ, ਉਹਨੂੰ ਉਹਦੇ ਵਿੱਚ ਜਿਹੜਾ ਅਸਲੀ ਡਾਕੂਮੈਂਟ ਹੈ ਨਾ, ਜਿਹੜੇ ਉਹਦੇ ਤੇ ਪਾਸਵਰਡ ਆ, ਉਹਦੇ ਅੰਦਰ ਜਿਹੜਾ ਡਾਕੂਮੈਂਟ ਪਿਆ ਉਹਨੂੰ ਤੁਸੀਂ ਪਬਲਿਕ ਕਰਕੇ ਦਿਖਾਓ। ਤੁਹਾਡੀਆਂ ਸਰਕਾਰਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਜਾਣਗੀਆਂ ਇੱਕ ਦਿਨ 'ਚ ਹੀ। ਇਹ ਇੰਨੇ ਗੰਦੇ ਨੇ, ਇਹ ਇੰਨੇ ਕਮੀਨੇ ਨੇ, ਇੰਨੇ ਖੋਖਲੇ ਨੇ, ਇੰਨੇ ਨੀਚ ਨੇ, ਇੰਨੇ ਗਿਰੇ ਹੋਏ ਨੇ। ਇਹਨਾਂ ਨੇ ਕਤਲੇਆਮ ਕੀਤਾ ਇਨਸਾਨਾਂ ਦਾ, ਗਊ ਮਾਤਾ ਦਾ। ਇਸ ਮੁਲਕ ਦੇ ਵਿੱਚ ਬੰਦਾ ਮਰੇ ਦੀ ਕੋਈ ਕੀਮਤ ਨਹੀਂ ਹੈਗੀ। ਪਰ 3 ਲੱਖ ਗਊਆਂ ਤੋਂ ਔਨ ਰਿਕਾਰਡ ਮਾਰੀਆਂ, 10 ਤੋਂ 12 ਲੱਖ ਗਊਆਂ ਮਰੀਆਂ ਅਸਲ ਦੇ ਵਿੱਚ। ਤੁਸੀਂ ਗਊਆਂ ਨੂੰ ਮਾਰਿਆ ਨਾ, ਹੁਣ ਸਮਝੋ ਕਿ ਕੁਦਰਤ, ਗਊ ਮਾਤਾ ਨੇ ਖੁਦ ਆਪਣੇ ਤੇ ਸੰਕਟ ਲਿਆ। ਗਊ ਮਾਤਾ ਖੁਦ ਆ ਕੇ ਤੁਹਾਡੇ ਨਾਲ ਲੜਨ ਲੱਗੀ ਹੈ, ਕੁਦਰਤ ਲੜਨ ਲੱਗੀ ਆ। ਤੁਹਾਡਾ ਸਿਸਟਮ ਨਹੀਂ ਰਹਿਣਾ। ਇਹ ਕਾਰਪੋਰੇਟ ਘਰਾਣਿਆਂ ਦਾ ਪਾਲਿਆ ਹੋਇਆ ਸਿਸਟਮ, ਇਹ ਵਿਕੀਆਂ ਹੋਈਆਂ ਸਰਕਾਰਾਂ ਨਹੀਂ ਰਹਿਣੀਆਂ। ਇਹ ਗਰਕ ਹੋਣਗੇ, ਇਹਨਾਂ ਦਾ ਬੇੜਾ ਗਰਕ ਹੋਏਗਾ ਔਰ ਇਹ ਇਨਸਾਨ ਦੀ ਜਿੱਤ ਹੋਏਗੀ। ਬਾਕੀ ਤੇ ਬਾਪੂ ਜੀ ਦੱਸ ਸਕਦੇ ਆ। ਜਿਸ ਤਰ੍ਹਾਂ ਅਸੀਂ ਸਵਾਲ ਕੀਤਾ ਸੀ ਵੀ ਅਖੌਤੀ ਕਰੋਨਾ ਜਿਹੜਾ ਵੀ ਕਦੋਂ ਤੱਕ ਕਮਜ਼ੋਰ ਹੋ ਜਾਏਗਾ, ਤੇ ਉਹ ਲਗਭਗ ਤੁਸੀਂ ਜਵਾਬ ਉਹੀ ਦਿੱਤਾ ਹੈ ਕਿ ਹੌਲੀ ਹੌਲੀ ਜਿੰਨਾ ਚਿਰ ਉਹ ਡਾਕੂਮੈਂਟ ਨੇ ਜਿਹਦੇ ਵਿੱਚ ਇਹਨਾਂ ਦੀ ਕਹਿ ਲਈਏ ਕਿ ਉਹ ਵੀ ਕੱਚੇ ਚਿੱਠੇ ਨੇ, ਕਰਤੂਤਾਂ ਨੇ। ਹਾਂ, ਤੇ ਆਇਆ ਤੇ ਗਿਆ ਜ਼ੁਕਾਮ ਸੀ। ਦੇਖੋ ਮੈਂ ਤੁਹਾਨੂੰ ਇੱਕ ਹੋਰ ਡਾਕੂਮੈਂਟ ਦਾ ਦੱਸ ਦੇਣਾ। ਦੁਨੀਆ ਦੇ ਜਿੰਨੇ ਵੀ ਜ਼ੁਕਾਮ ਦੇ ਕੇਸ ਹੁੰਦੇ ਆ ਨਾ, ਇਨਫਲੂਐਂਜ਼ਾ ਦੇ, ਉਹਦੇ 15% ਕਰੋਨਾ ਦੇ ਕੇਸ ਹੁੰਦੇ ਆ। ਇਹ ਨੋਨ ਫੈਕਟ ਹੈ, ਇਹ ਆਮ ਗੱਲਾਂ ਨੇ। ਔਰ ਹਿੰਦੁਸਤਾਨ ਦੀ ਆਬਾਦੀ ਕਿੰਨੀ? 140 ਕਰੋੜ। ਇਹਦਾ ਮਤਲਬ ਹੈ ਕਿ ਹਰ ਬੰਦੇ ਨੂੰ ਸਾਲ 'ਚ 2 ਵਾਰੀ ਕਰੋਨਾ ਹੁੰਦਾ, ਜ਼ੁਕਾਮ ਹੁੰਦਾ। ਯਾਨੀ ਕਿ 280 ਕਰੋੜ ਵਾਰ ਹੁੰਦਾ। ਯਾਨੀ ਕਿ 70 ਤੋਂ 80 ਕਰੋੜ ਬੰਦਿਆਂ ਨੂੰ ਤੇ ਹਰ ਸਾਲ ਰੂਟੀਨ 'ਚ ਹੀ ਕਰੋਨਾ ਹੁੰਦਾ ਯਾਰ। ਹੈ ਕਿਸੇ ਦੀ ਲੱਤ ਟੁੱਟ ਗਈ ਅੱਜ ਕੱਲ੍ਹ, ਕੋਈ ਅੰਨਾ ਹੋ ਗਿਆ, ਕੁਛ ਨਹੀਂ ਹੋਇਆ। ਇਹਦੇ ਨਾਲ ਵੀ ਕੁਛ ਨਹੀਂ ਸੀ ਹੋਣਾ। ਬਾਕੀ ਜਿਹੜਾ ਇਹਨਾਂ ਨੇ ਸਕੈਮ ਬਣਾਇਆ, ਜਿਹੜਾ ਬਾਪੂ ਜੀ ਨੇ ਕਿਹਾ 1.7 ਟ੍ਰਿਲੀਅਨ ਡਾਲਰ, ਇਹ ਇਹਦਾ ਕਰੀਬ 12 ਬਿਲੀਅਨ ਦਾ 1 ਲੱਖ ਕਰੋੜ ਹੋ ਜਾਂਦਾ। ਉਹਦੇ ਹਿਸਾਬ ਨਾਲ ਤੇ ਇਹ ਪਤਾ ਨਹੀਂ ਕਰੋੜਾਂ ਕਰੋੜ ਨੇ, ਅਰਬਾਂ ਕਰੋੜ ਨੇ। ਇਹਦਾ ਮਤਲਬ ਹੈ ਕਿ ਐਡਾ ਬੜਾ ਸਕੈਮ ਕੀਤਾ, ਕਾਰਪੋਰੇਟਾਂ ਦੇ ਢਿੱਡ ਭਰ ਦਿੱਤੇ ਨੇ ਇਹਨਾਂ ਦੇ। ਹਸਪੀਟਲ ਜਿਹੜੇ ਸੀਗੇ, ਹਸਪੀਟਲਾਂ ਵਾਲਿਆਂ ਕੋਲ ਤੇ ਉਹ ਹੋ ਗਿਆ ਕਿ ਜਿਹੜੇ ਹਸਪੀਟਲਾਂ ਨੇ ਇੰਨੀਆਂ ਕਮਾਈਆਂ ਕਰ ਲਈਆਂ ਨੇ, ਕਿ ਮਤਲਬ ਇਹ ਇਹਨਾਂ ਨੂੰ ਕਮਾਉਣ ਦੀ ਲੋੜ ਨਹੀਂ ਹੁੰਦੀ 7-7 ਪੁਸ਼ਤਾਂ ਨੂੰ। ਔਰ ਲੋਕਾਂ ਦਾ ਘਾਣ ਹੋ ਗਿਆ। ਦੇਖੋ ਚੰਗੇ ਭਲੇ ਬੰਦੇ, ਮੈਂ ਤੁਹਾਨੂੰ ਦੱਸਦਾ, ਮੇਰੀ ਖੋਜੀ ਹੋਈ ਐਂਟੀਵਾਇਰਲ ਦਵਾਈ ਹੈ ਨਾ, ਮੈਂ ਇੱਕ ਡਾਕਟਰ ਸੀਗਾ ਵਿਚਾਰਾ ਪ੍ਰੈਕਟਿਸ ਕਰਦਾ, ਤੇ ਉਹਨੇ ਦਿੱਤੀ ਆਪਣੇ ਮਰੀਜ਼ ਨੂੰ ਦਿੱਤੀ। ਮਰੀਜ਼ ਦੂਸਰੇ ਦਿਨ ਠੀਕ ਹੋ ਗਿਆ। ਮਰੀਜ਼ ਦੂਸਰੇ ਦਿਨ ਠੀਕ ਹੋ ਗਿਆ ਤੇ ਉਹ ਮੁੜ ਕੇ ਨਾ ਉਹ ਡਾਕਟਰ ਵਿਚਾਰਾ ਕਹਿੰਦਾ ਯਾਰ ਮੇਰੇ ਭਰਾ ਨੂੰ ਇਹੋ ਹੀ ਲੱਛਣ ਸੀਗੇ, ਕਾਸ਼ ਮੇਰੇ ਕੋਲ ਇਹ ਦਵਾਈ ਹੁੰਦੀ। ਲੁਧਿਆਣੇ ਦੇ ਇੱਕ ਬੜੇ ਵੱਡੇ ਹਸਪਤਾਲ ਦਾ ਮੈਂ ਨਾਂ ਨਹੀਂ ਲੈਣਾ, ਕਹਿੰਦਾ ਉਹਨਾਂ ਨੇ 2.5 ਲੱਖ ਦਾ ਬਿੱਲ ਬਣਾਇਆ, ਮੇਰਾ ਭਰਾ ਚਾਦਰ 'ਚ ਬੰਨ੍ਹ ਕੇ ਮੈਨੂੰ ਦੇਤਾ। ਇਹਦਾ ਮਤਲਬ ਹੈ ਯਾਰ ਤੁਸੀਂ ਲੱਖਾਂ ਬੰਦੇ ਬਚਾਏ ਜਾ ਸਕਦੇ ਸੀ। ਲਾਹਨਤ ਆ ਤੁਹਾਡੇ ਤੇ ਸਰਕਾਰੋ, ਲਾਹਨਤ ਆ ਤੁਹਾਡੇ ਤੇ ਕਾਰਪੋਰੇਟ ਘਰਾਣਿਆਂ ਦੇ ਨੂੰ ਪਾਲਣ ਵਾਲੀ ਸਰਕਾਰੋ, ਗਿਰੀ ਹੋਈ ਹੋ, ਨੀਚ ਸਰਕਾਰੋ। ਤੁਸੀਂ ਕਤਲੇਆਮ ਕੀਤਾ, ਤੁਹਾਡੇ ਹੱਥ ਖੂਨ ਨਾਲ ਰੰਗੇ ਹੋਏ ਨੇ। ਮਾਸੂਮ ਇਨਸਾਨਾਂ ਨਾਲ, ਮਾਸੂਮ ਗਊ ਮਾਤਾ ਦੇ ਖੂਨ ਨਾਲ ਤੁਹਾਡੇ ਹੱਥ ਰੰਗੇ ਹੋਏ ਨੇ। ਇਸ ਮੁਲਕ ਵਿੱਚ 85% ਲੋਕ ਗਊ ਮਾਤਾ ਦੀ ਪੂਜਾ ਕਰਦੇ ਆ। ਤੁਹਾਡੇ ਤੇ ਲਾਹਨਤ ਪੈਣੀ ਆ ਇਹਨਾਂ ਦੀ। ਇਹਨਾਂ ਲੋਕਾਂ ਨੂੰ ਜਦੋਂ ਪਤਾ ਚੱਲੇਗਾ ਨਾ ਇਹਨਾਂ ਗੱਲਾਂ ਦਾ, ਇਹ ਸਰਕਾਰਾਂ ਢਹਿ ਢੇਰੀ ਹੋ ਜਾਣੀ। ਸੋ ਇਹ ਸਨ ਬਾਪੂ ਬਲਕੌਰ ਸਿੰਘ ਤੇ ਡਾਕਟਰ BS ਔਲਖ, ਜਿਨ੍ਹਾਂ ਨੇ ਆਪਣੀ ਕਰੋਨਾ ਸੰਬੰਧੀ ਕਾਫੀ ਜ਼ਿਆਦਾ ਤਫਸੀਲ ਨਾਲ ਉਹਨਾਂ ਨੇ ਗੱਲਬਾਤ ਰੱਖੀ ਹੈ। ਕੈਮਰਾਮੈਨ ਸੋਨੂ ਵਿਰਕ ਦੇ ਨਾਲ ਮੈਂ ਸਾਹਿਬ ਸਿੰਘ ਵਿਰਕ, ਨਾਭਾ। ਧੰਨਵਾਦ।